ਹੈਲੋ ਗਾਇਜ਼, ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਗੈਰੀ ਕਮਾਨ ਪੋਜ਼ਿਟਿਵ ਵੀਡੀਓ 'ਤੇ। ਮੈਂ ਕੁਲਵਿੰਦਰ ਲੈ ਕੇ ਆਇਆ ਜੀ ਅੱਜ ਪੋਲੀਟੀਕਲ ਲੈਕਚਰਰ ਵਾਲਿਆਂ ਲਈ ਇੱਕ ਨਿਊ ਟੌਪਿਕ। ਅੱਜ ਦਾ ਟੌਪਿਕ ਹੈਗਾ ਜੀ ਪੋਲੀਟੀਕਲ ਡਿਵੈਲਪਮੈਂਟ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਆ ਜੀ। ਇਸ ਵਿੱਚ ਮੈਂ ਤੁਹਾਨੂੰ ਸਿਰਫ ਮੇਨ ਚੀਜ਼ਾਂ ਦੱਸੂੰਗੀ ਜਿੱਥੋਂ ਕੁਐਸਚਨ ਬਣਦੇ ਹੀ ਬਣਦੇ ਨੇਗੇ। ਠੀਕ ਹੈ ਜੀ, ਥਿਊਰੀ ਤੁਸੀਂ ਆਪਣੇ ਹੈਂਡ ਤੋਂ ਕਰ ਲੈਣਾ ਇਹਦੀ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਰਿਕੁਐਸਟ ਆ ਜੀ, ਜਿਹੜੇ ਫਸਟ ਟਾਈਮ ਚੈਨਲ 'ਤੇ ਵਿਜ਼ਿਟ ਕੀਤੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਘੰਟੀ ਵਾਲਾ ਆਈਕਨ ਦਬਾ ਲੈਣ ਤਾਂ ਕਿ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜਿਹੜਾ ਤੁਹਾਡੇ ਤੱਕ ਪਹੁੰਚ ਜਾਵੇ। ਚਲੋ ਜੀ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਹਾਂਜੀ, ਹੈਗਾ ਜੀ ਫਸਟ ਜਿਹੜਾ ਇਹ 'ਚ ਥਿੰਕਰ ਆਉਂਦਾ ਜੀ ਪੋਲੀਟੀਕਲ ਡਿਵੈਲਪਮੈਂਟ ਦਾ, ਉਹ ਹੈਗਾ ਜੀ ਡੇਵਿਡ ਐਪਟਰ। ਠੀਕ ਹੈ ਜੀ, ਇਹ ਜਿਹੜਾ ਫਸਟ ਸਕੋਲਰ ਸੀ ਜੀ ਜਿਹਨੇ ਇੱਕ ਡਿਫਾਈਨ ਪਰਿਭਾਸ਼ਾ ਦਿੱਤੀ ਸੀ ਜੀ ਪੋਲੀਟੀਕਲ ਮੋਡਰਨਾਈਜੇਸ਼ਨ ਦੀ। ਇਸ ਵੱਲੋਂ ਜਿਹੜਾ ਪੋਲੀਟੀਕਲ ਮੋਡਰਨਾਈਜੇਸ਼ਨ ਦਿੱਤਾ ਗਿਆ ਸੀ ਜੀ ਉਹ 4 ਸਟੇਜਸ ਵਿੱਚ ਦਿੱਤਾ ਗਿਆ ਸੀ। ਇਹਨਾਂ ਸਟੇਜਸ ਨੂੰ ਆਪਾਂ ਨੇ ਇੱਕ ਲਾਈਨ ਵਿੱਚ ਯਾਦ ਕਰ ਲੈਣਾ। ਇਸ ਵਿੱਚ ਜਿਹੜਾ ਆਪਾਂ ਨੇ ਅੱਗੇ ਪਿੱਛੇ ਨਹੀਂ ਕਰਨਾ। ਕਈ ਵਾਰ ਇਹ ਪੇਪਰ 'ਚ ਪੁੱਛ ਲਏ ਜਾਂਦੇ ਨੇ ਵੀ ਫਸਟ ਕਿਹੜਾ ਸੀ, ਸੈਕਿੰਡ ਕਿਹੜਾ ਸੀ ਜਾਂ ਥਰਡ ਕਿਹੜਾ ਸੀ। ਠੀਕ ਹੈ ਜੀ, ਇਹਨੂੰ ਆਪਾਂ ਨੇ ਇੱਕ ਡਿਫਾਈਨ ਲਾਈਨ ਵਿੱਚ ਹੀ ਯਾਦ ਕਰਨਾ ਜਿਸ ਤਰੀਕੇ ਨਾਲ ਇਹ ਦਿੱਤੇ ਹੋਏ ਨੇਗੇ। ਅੱਗੇ ਪਿੱਛੇ ਨਹੀਂ ਕਰਨਾ ਆਪਣੀ ਮਰਜ਼ੀ ਨਾਲ। ਚਲੋ ਸਟਾਰਟ ਕਰਦੇ ਹਾਂ ਜੀ। ਡੇਵਿਡ ਐਪਟਰ ਵੱਲੋਂ ਜਿਹੜੀ ਫਸਟ ਸਟੇਜ ਸੀ ਜੀ ਪੋਲੀਟੀਕਲ ਮੋਡਰਨਾਈਜੇਸ਼ਨ ਦੀ, ਉਹ ਹੈਗੀ ਸੀ ਜੀ ਕੰਟੈਕਟ ਐਂਡ ਕੰਟਰੋਲ। ਠੀਕ ਹੈ ਜੀ, ਕੋਈ ਵੀ ਜਿਹੜਾ ਕੰਟਰੀ ਹੁੰਦੀ ਉਹਦੇ ਵਿੱਚ ਪਹਿਲਾਂ ਲੋਕ ਹੁੰਦੇ ਨੇਗੇ, ਉਹਨਾਂ ਇੱਕ ਸੰਸਥਾਵਾਂ ਨਾਲ ਜਿਹੜਾ ਕੰਟੈਕਟ ਕਰਦੇ ਨੇ ਅਤੇ ਗੌਰਮੈਂਟ ਆ ਜਿਹੜਾ ਉਹ ਲੋਕਾਂ ਨਾਲ ਕੰਟੈਕਟ ਕਰਦੀ ਹੈ ਕਿਸ 'ਤੇ। ਫਿਰ ਇੱਕ ਕੰਟਰੋਲ ਬਣਾਇਆ ਜਾਂਦਾ ਉਹਦੇ ਆਧਾਰ 'ਤੇ ਵੀ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈਗੀ, ਕਿਸ ਤਰ੍ਹਾਂ ਦਾ ਇਨਵਾਇਰਮੈਂਟ ਆ, ਲੋਕ ਕਿਸ ਤਰ੍ਹਾਂ ਉਹਦੇ ਵਿੱਚ ਕੰਟਰੋਲ ਰਹਿ ਸਕਦੇ ਨੇਗੇ, ਕਿੰਨੀ ਕੁ ਉਹਨਾਂ ਨੂੰ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈਗੀ। ਇਹਨਾਂ ਸਾਰਿਆਂ ਦੇ ਆਧਾਰ 'ਤੇ ਕੀ ਹੁੰਦਾ ਜੀ ਇੱਕ ਕੰਟੈਕਟ ਹੁੰਦਾ, ਉਹ ਹੁੰਦਾ ਜਾਣਨਾ। ਪਹਿਲਾਂ ਗੌਰਮੈਂਟ ਲੋਕਾਂ ਨੂੰ ਜਾਣਦੀ ਹੈਗੀ, ਉੱਥੇ ਦੇਖਦੀ ਵੀ ਕਿਸ ਤਰ੍ਹਾਂ ਦੇ ਇਹ ਹੈਗੇ ਨੇ, ਰਹਿਣ ਸਹਿਣ ਕਿਸ ਤਰ੍ਹਾਂ ਦਾ ਹੈਗਾ, ਕੀ ਰੀਤੀ ਰਿਵਾਜ ਨੇ, ਉਸ ਦੇ ਆਧਾਰ 'ਤੇ ਉਹਨਾਂ 'ਤੇ ਕੁਛ ਰੂਲ ਬਣਾਉਂਦੀ ਹੈ ਜਿਨ੍ਹਾਂ ਨੂੰ ਕੰਟਰੋਲ ਕਹਿੰਦੇ ਨੇਗੇ। ਠੀਕ ਹੈ, ਫਸਟ ਕਲੀਅਰ ਹੈ ਜੀ, ਕੰਟੈਕਟ ਐਂਡ ਕੰਟਰੋਲ। ਸੈਕਿੰਡ ਆ ਜਾਂਦਾ ਜੀ ਰਿਐਕਸ਼ਨ ਐਂਡ ਕੌਂਟਰਾ ਰਿਐਕਸ਼ਨ। ਰਿਐਕਸ਼ਨ ਵਿੱਚ ਕੁਛ ਡਿਸਕਸ਼ਨ ਹੁੰਦੇ ਨੇਗੇ। ਗੌਰਮੈਂਟ ਆਪਣੀ ਪੋਲਿਸੀ ਲੋਕਾਂ ਨਾਲ ਸਾਂਝੀ ਕਰਦੀ ਹੈ ਅਤੇ ਲੋਕ ਉਹਨਾਂ ਨੂੰ ਨੈਗੇਟਿਵ ਪੋਜ਼ੀਟਿਵ ਜਿਸ ਤਰੀਕੇ ਨਾਲ ਉਹਨਾਂ ਨੂੰ ਫੀਲ ਹੁੰਦਾ ਗਾ ਉਸ ਆਧਾਰ 'ਤੇ ਆਪਣੀ ਜਿਹੜੀ ਉਹ ਪ੍ਰਤੀਕਿਰਿਆ ਦਿੰਦੇ ਨੇਗੇ, ਉਹਨੂੰ ਕਿਹਾ ਜਾਂਦਾ ਜੀ, ਉਹਨੂੰ ਕਿਹਾ ਜਾਂਦਾ ਗਾ ਕੌਂਟਰਾ ਰਿਐਕਸ਼ਨ। ਨੈਕਸਟ ਆ ਜਾਂਦਾ ਉਹ ਹੈਗਾ ਜੀ ਕੌਂਟਰਾਡਿਕਸ਼ਨ ਐਂਡ ਰਿਐਕਸ਼ਨ। ਜਿਹੜਾ ਕੌਂਟਰਾਡਿਕਸ਼ਨ ਹੁੰਦਾ ਜੀ ਇਹਦੇ ਵਿੱਚ ਇੱਕ ਬਦਲੇ ਦੀ ਭਾਵਨਾ ਹੁੰਦੀ ਹੈਗੀ। ਠੀਕ ਹੈ ਵੀ ਜੇ ਕਿਸੇ ਨਾਲ ਗੌਰਮੈਂਟ ਗਲਤ ਕਰਦੀ ਹੈ ਤਾਂ ਅੱਗੋਂ ਜਿਹੜੇ ਲੋਕ ਨੇ ਉਸ ਦਾ ਚੋਣਾਂ ਵਿੱਚ ਉਸ ਨੂੰ ਹਰਾ ਕੇ ਉਸ ਦਾ ਬਦਲਾ ਲੈ ਲੈਂਦੇ ਨੇਗੇ। ਇਸ ਤਰੀਕੇ ਨਾਲ ਇੱਕ ਤਖਤਾ ਪਲਟ ਵਾਂਗੂ ਹੋ ਜਾਂਦਾ ਜੀ। ਇਹਨੂੰ ਕੀ ਕਿਹਾ ਜਾਂਦਾ ਹੈ ਕੰਟਰੋਡਕਸ਼ਨ ਐਂਡ ਰਿਐਕਸ਼ਨ। ਲਾਸਟ ਹੈਗਾ ਜੀ ਜਿਹੜਾ 4th ਨੰਬਰ ਸਟੇਜ ਆ, ਉਹਦੇ ਵਿੱਚ ਜਿਹੜੇ ਪ੍ਰੋਬਲਮਸ ਹੁੰਦੀਆਂ ਨੇ ਉੱਪਰਲੇ ਤਿੰਨਿਆਂ 'ਚ, ਉਹਨਾਂ ਲਈ ਇੱਕ ਨਵੀਂ ਸਿਚੁਏਸ਼ਨ ਲੱਭੀ ਜਾਂਦੀ ਹੈ ਜਿਸ ਨੂੰ ਕਹਿੰਦੇ ਨੇ ਸਰਚ ਫਾਰ ਏ ਨਿਊ ਜਨਰੇਟ ਸੋਲਿਊਸ਼ਨ। ਇਹਦੇ ਵਿੱਚ ਇੱਕ ਨਵਾਂ ਸੋਲਿਊਸ਼ਨ ਹੈ ਜਿਹੜਾ ਜਨਰੇਟ ਕੀਤਾ ਜਾਂਦਾ ਹੈਗਾ ਸਾਰੀ ਸਿਚੁਏਸ਼ਨ ਦੇ ਆਧਾਰ 'ਤੇ। ਠੀਕ ਹੈ, ਇੱਕ ਵਾਰੀ ਦੁਬਾਰਾ ਰਿਪੀਟ ਕਰਦੇ ਹਾਂ। ਡੇਵਿਡ ਐਪਟਰ ਨੇ ਜਿਹੜਾ ਉਹ ਫਸਟ ਥਿੰਕਰ ਹੈ ਜੀ ਪੋਲੀਟੀਕਲ ਮੋਡਰਨਾਈਜੇਸ਼ਨ ਦਾ। ਇਹਨੇ ਆਪਣੇ ਮੋਡਰਨਾਈਜੇਸ਼ਨ ਦੀਆਂ 4 ਸਟੇਜਸ ਦਿੱਤੀਆਂ ਨੇ। ਫਸਟ ਹੈਗਾ ਜੀ ਕੰਟੈਕਟ ਐਂਡ ਕੰਟਰੋਲ, ਸੈਕਿੰਡ ਹੈਗਾ ਰਿਐਕਸ਼ਨ ਐਂਡ ਕੌਂਟਰਾ ਰਿਐਕਸ਼ਨ, ਥਰਡ ਹੈਗਾ ਜੀ ਕੌਂਟਰਾਡਿਕਸ਼ਨ ਐਂਡ ਰਿਐਕਸ਼ਨ, ਅਤੇ ਜਿਹੜਾ ਲਾਸਟ ਹੈਗਾ ਜੀ ਉਹਦੇ 'ਚ ਸਰਚ ਫਾਰ ਏ ਨਿਊ ਜਨਰੇਟ ਸੋਲਿਊਸ਼ਨ ਆ। ਚਲੋ ਜੀ ਨੈਕਸਟ ਚੱਲਦੇ ਹਾਂ ਜੀ। ਨੋਟਸ ਬਣਾ ਲੈਣਾ ਕਿਉਂਕਿ ਇਹ ਮਿਕਸਅਪ ਹੋ ਜਾਂਦੀਆਂ ਨੇ, ਹਰੇਕ ਦੀਆਂ 2-2 4-4 ਸਟੇਜਸ ਜਿਹੜੀਆਂ ਹੈਗੀਆਂ ਨੇਗੀਆਂ ਜੀ। ਨੈਕਸਟ ਚੱਲਦੇ ਹਾਂ ਜੀ। ਨੈਕਸਟ ਨਾਮ ਆ ਜਾਂਦਾ ਜੀ ਆਪਣੇ ਲਵੇ ਐਡਵਰਡ ਸ਼ਿਲਸ ਦਾ। ਠੀਕ ਹੈ, ਇਹਨੇ ਪੋਲੀਟੀਕਲ ਜਿਹੜਾ ਸਿਸਟਮ ਹੈਗਾ ਉਸ ਨੂੰ 5 ਸਟੇਜਸ ਵਿੱਚ ਜਿਹੜਾ ਡਿਵਾਈਡ ਕੀਤਾ ਸੀ। ਪੋਲੀਟੀਕਲ ਸਿਸਟਮ ਨੂੰ 5 ਸਟੇਜ ਵਿੱਚ ਕਿਹਨੇ ਡਿਵਾਈਡ ਕੀਤਾ ਸੀ ਜੀ, ਆ ਜਾਊਗਾ ਜੀ ਐਡਵਰਡ ਸ਼ਿਲਸ। ਠੀਕ ਹੈ ਜੀ, ਇਹਨੇ ਵੱਲੋਂ ਜਿਹੜਾ ਦਿੱਤੀ ਗਈ ਸੀ ਇਹ ਸਟੇਜਸ, ਇਹਨੂੰ ਵੀ ਆਪਾਂ ਨੇ ਇੱਕ ਸੀਰੀਜ਼ ਵਿੱਚ ਹੀ ਕਰਨਾ ਗਾ, ਜਦ ਇਹਨੂੰ ਅੱਗੇ ਪਿੱਛੇ ਨਹੀਂ ਕਰਨਾ ਹੈਗਾ ਕਿਉਂਕਿ ਇਹ ਵੀ ਇਸ ਤਰ੍ਹਾਂ ਹੀ ਪੁੱਛੇ ਜਾਂਦੇ ਨੇ। ਪਹਿਲਾਂ ਨੈੱਟ ਵਿੱਚ ਇਹ ਕੁਐਸਚਨ ਪ੍ਰੀਵੀਅਸ ਕੁਐਸਚਨਾਂ 'ਚ ਆਏ ਹੋਏ ਨੇਗੇ। ਇਸ ਤਰ੍ਹਾਂ ਪੂਰੀ ਸੰਭਾਵਨਾ ਗੀ ਵੀ ਇਹ ਆਪਾਂ ਨੂੰ ਲੈਕਚਰਾਰ ਵਿੱਚ ਬਣਨਗੇ। ਇਹਦੇ ਵਿੱਚ ਇੰਪੋਰਟੈਂਟ ਕੀ ਜ਼ਿਆਦਾ ਰੱਖਣਾ ਜੀ, ਜਿਹੜੇ ਫਸਟ 2 ਨੇ ਜੀ ਉਹਨਾਂ ਵਿੱਚ ਡੈਮੋਕ੍ਰੇਸੀ ਆਊਗੀ ਅਤੇ ਜਿਹੜੇ ਲਾਸਟ 3 ਨੇ ਉਹਨਾਂ ਵਿੱਚ ਕੀ ਆਊਗੀ ਜੀ ਓਲੀਗਾਰਕੀ ਆਊਗੀ। ਠੀਕ ਹੈ ਜੀ, ਕਿਉਂਕਿ ਜੇ ਡੈਮੋਕ੍ਰੇਸੀ 'ਤੇ ਆਪਾਂ ਓਲੀਗਾਰਕੀ ਵਿੱਚੋਂ ਦੇਖੀਏ, ਇਹਦੇ ਵਿੱਚ ਕੀ ਹੁੰਦਾ ਵੀ ਲੋਕਾਂ ਵੱਲੋਂ ਇੱਕ ਗੌਰਮੈਂਟ ਚੁਣੀ ਜਾਂਦੀ ਹੈਗੀ,
ਵੀ ਜਨਤਾ ਦੁਆਰਾ ਜਿਹੜੀ ਚੁਣੀ ਜਾਂਦੀ ਹੈ, ਇਸ ਲਈ ਕੀ ਕਿਹਾ ਜਾਂਦਾ ਲੋਕਤੰਤਰ ਲੋਕਾਂ ਦਾ, ਲੋਕਾਂ ਦੁਆਰਾ। ਵੀ ਇਹ ਲੋਕਾਂ ਦੀ ਸ਼ਕਤੀ ਦੇ ਆਧਾਰ 'ਤੇ ਹੁੰਦੀ। ਜਿਹੜੀ ਓਲੀਗਾਰਕੀ ਹੁੰਦੀ ਹੈ ਜੀ, ਓਲੀਗਾਰਕੀ ਹੁੰਦਾ ਕੁਝ ਲੋਕਾਂ ਦਾ ਸ਼ਾਸਨ ਹੁੰਦਾ ਹੈਗਾ, ਵੀ ਕੁਝ ਲੋਕ ਮਿਲ ਕੇ ਲੋਕਾਂ ਨੂੰ ਜਿਸ ਤਰ੍ਹਾਂ ਮਰਜ਼ੀ ਚਾਹੇ ਵੀ ਚੰਗੇ ਹੋਣਗੇ ਤਾਂ ਚੰਗਾ ਰਿਜ਼ਲਟ ਦੇਣਗੇ, ਲੋਕਾਂ ਵਾਸਤੇ ਚੰਗੇ ਕੰਮ ਕਰਨਗੇ। ਜੇ ਉਹਨਾਂ ਵਿੱਚ ਭ੍ਰਿਸ਼ਟਕ ਹੋਣਗੇ ਤਾਂ ਲੋਕਾਂ ਦਾ ਜੀਣਾ ਬੁਰਾ ਹਾਲ ਕਰ ਦੇਣਗੇ ਇਸ ਤਰੀਕੇ ਨਾਲ। ਠੀਕ ਹੈ ਜੀ। ਜੇ ਇਹਨਾਂ 'ਚੋਂ ਬੈਸਟ ਕਿਹੜੀ ਫੋਰਮ ਬਣਦੀ ਹੈ ਜੀ, ਤਾਂ ਉਹ ਬਣਦੀ ਹੈ ਆਪਣੇ ਲਵੇ ਡੈਮੋਕਰੇਸੀ। ਜੇ ਲੋਕਾਂ ਨੂੰ ਪੁੱਛਿਆ ਜਾਵੇ ਦੋਵਾਂ ਵਿੱਚ ਤੁਸੀਂ ਕਿਹੜੀ ਚੂਜ਼ ਕਰੋਗੇ, ਤਾਂ ਪਹਿਲੀ ਪ੍ਰੈਫਰੈਂਸ ਸਾਰਿਆਂ ਦੀ ਕੀ ਹੋਊਗੀ ਜੀ, ਡੈਮੋਕਰੇਸੀ ਹੋਊਗੀ। ਠੀਕ ਹੈ ਜੀ। ਇਸ ਲਈ ਯਾਦ ਰੱਖਣਾ ਵੀ ਜਿਹੜਾ ਬੈਸਟ ਫੋਰਮ ਆਂਗੇ ਉਹ ਕਿਹੜੀ ਹੈ, ਡੈਮੋਕਰੇਸੀ ਦੀ। ਅਤੇ ਪਹਿਲੇ 2 ਵਿੱਚ ਆਉਂਦੀ ਹੈ ਅਤੇ ਜਿਹੜੀ ਲਾਸਟ 3 ਵਿੱਚ ਆਉਂਦੀ ਹੈ ਉਹ ਆਉਂਦੀ ਹੈ ਜੀ ਓਲੀਗਾਰਕੀ। ਠੀਕ ਹੈ ਜੀ। ਚਲੋ 1 ਮਿੰਟ ਸਾਫ਼ ਕਰ ਦਿੰਦੇ ਹੈਗੇ। ਇਸ ਤਰੀਕੇ ਨਾਲ ਹੌਲੀ ਹੌਲੀ ਸਮਝ ਕੇ ਜਿਹੜਾ ਟ੍ਰਿਕ ਨਾਲ ਯਾਦ ਕਰਿਆ ਕਰੋ, ਉਹਨੂੰ ਰੱਟਣ ਦੀ ਕੋਸ਼ਿਸ਼ ਨਾ ਕਰਿਓ। ਜਿੰਨਾ ਰੱਟ ਦਿਆਂਗੇ ਉਨੇ ਪੇਪਰ 'ਚੋਂ ਕਨਫਿਊਜ਼ਨ ਪੈਦਾ ਹੁੰਦੀ ਹੈ। ਜਿੰਨਾ ਸਮਝ ਕੇ ਕਰਾਂਗੇ, ਤੋੜ ਮਰੋੜ ਕੇ ਐਨ ਸਮਝਣ ਦੀ ਕੋਸ਼ਿਸ਼ ਕਰਾਂਗੇ ਉਹਨੂੰ, ਉਨੇ ਜ਼ਿਆਦਾ ਉਹ ਈਜ਼ੀਲੀ ਯਾਦ ਹੋ ਜਾਂਦੇ ਨੇ। ਹਾਂਜੀ, ਸਾਰਿਆਂ ਤੋਂ ਫਸਟ ਹੈਗਾ ਜੀ ਪੋਲੀਟੀਕਲ ਡਿਵੈਲਪਮੈਂਟ ਆ ਜਾਂਦਾ ਗਾ। ਪੋਲੀਟੀਕਲ ਡੈਮੋਕਰੇਸੀ ਜਿਹੜੀ, ਇਹਦੇ ਵਿੱਚ ਇੱਕ ਗੌਰਮੈਂਟ ਹੁੰਦੀ ਹੈ ਜਿਹੜਾ ਬਹੁਤ ਜ਼ਿਆਦਾ ਚੰਗੇ ਤਰੀਕੇ ਨਾਲ ਲੋਕਾਂ ਦੇ ਸਾਰੇ ਸਮੱਸਿਆਵਾਂ ਨੂੰ ਦੇਖ ਕੇ ਉਹਨਾਂ ਲਈ ਪੋਲਿਸੀਜ਼ ਬਣਾਉਂਦੀ ਹੈ, ਕਾਨੂੰਨ ਬਣਾਉਂਦੀ ਹੈਗੀ। ਠੀਕ ਹੈ। ਇਹਦੇ ਵਿੱਚ ਲੋਕ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ, ਜਾਂ ਸਮਝ ਲਓ ਵੀ ਇਹਨੂੰ 100% ਹੀ ਜਿਹੜਾ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਗਾ। ਅਤੇ ਨੈਕਸਟ ਆ ਗਈ ਜੀ, ਉਹ ਤੋਂ ਥੋੜ੍ਹੀ ਜਿਹੀ ਜਿਹੜੀ ਘਟੀਆ ਕਿਸਮ ਦੀ ਆ ਜਾਂਦੀ ਹੈਗੀ। ਜੇ ਕਿਸੇ ਦੇਸ਼ ਵਿੱਚ ਪੋਲੀਟੀਕਲ ਡੈਮੋਕਰੇਸੀ ਨਹੀਂ ਹੋ ਸਕਦੀ ਤਾਂ ਉੱਥੇ ਕਿਹੜੀ ਫੋਰਮ ਆਫ ਡੈਮੋਕਰੇਸੀ ਹੋਵੇਗੀ, ਉਹ ਹੋਊਗੀ ਜੀ ਟੂਟੈਲਰੀ ਡੈਮੋਕਰੇਸੀ। ਠੀਕ ਹੈ ਜੀ। ਟੂਟੈਲਰੀ ਦਾ ਮਤਲਬ ਹੁੰਦਾ ਜਿਹੜੀ ਟੁੱਟੀ ਫੁੱਟੀ ਹੋਵੇ, ਜਾਂ 100 ਵਿੱਚੋਂ ਲਗਭਗ 70 ਜਾਂ 80% ਵਰਕ ਕਰਦੀ ਹੋਵੇ, ਉਹਨੂੰ ਕਹਿੰਦੇ ਨੇ ਟੂਟੈਲਰੀ ਡੈਮੋਕਰੇਸੀ। ਨੈਕਸਟ ਆ ਜੂ ਜੀ, ਜੇ ਟੋਟੈਲਰੀ ਵੀ ਨਹੀਂ ਆ ਸਕਦੀ ਹੈਗੀ ਕਿਸੇ 'ਚ, ਤਾਂ ਉੱਥੇ ਕਿਹੜੀ ਆਊਗੀ ਜੀ, ਮੋਡਰਨਾਈਜੇਸ਼ਨ ਦੇ ਆਧਾਰ 'ਤੇ ਜਿਹੜੀ ਓਲੀਗਾਰਕੀ ਹੁੰਦੀ ਹੈਗੀ। ਠੀਕ ਹੈ। ਇਹ ਉਦੋਂ ਵੀ ਥੋੜ੍ਹਾ ਜਿਹਾ ਘਟੀਆ ਰੂਪ ਹੁੰਦਾ ਜੀ ਡੈਮੋਕਰੇਸੀ ਦਾ, ਕਿਉਂਕਿ ਉਸ ਵਿੱਚ ਜਿਹੜਾ ਕੁਝ ਲੋਕਾਂ ਦੇ ਹੱਥਾਂ ਵਿੱਚ ਪਾਵਰਸ ਹੁੰਦੀ ਆ, ਪਰ ਉਹ ਜਿਹੜੇ ਲੋਕ ਹੁੰਦੇ ਨੇਗੇ, ਲੀਡਰਸ ਹੁੰਦੇ ਨੇਗੇ, ਉਹ ਲੋਕਾਂ ਦੇ ਭਲੇ ਲਈ ਕੰਮ ਕਰਦੇ ਨੇਗੇ। ਉਹ ਉਹਨਾਂ ਦੇ ਜਿਹੜੇ ਪਰਸਨਲ ਲਿਬਰਟੀ ਹੁੰਦੀ ਹੈ, ਪਰਸਨਲ ਵਿੱਚ ਕੋਈ ਐਂਟਰੀ ਨਹੀਂ ਕਰਦੇ, ਸਿਰਫ ਜਿੱਥੇ ਜਿੱਥੇ ਜ਼ਰੂਰੀ ਹੁੰਦੀ ਹੈ ਉੱਥੇ ਉੱਥੇ ਪੋਲਿਸੀਜ਼ ਬਣਾਉਂਦੇ ਅਤੇ ਉਹਨਾਂ ਨੂੰ ਕੰਟਰੋਲ ਕਰਦੇ ਨੇਗੇ। ਨੈਕਸਟ ਚੱਲਦੇ ਹਾਂ ਜੀ 4th ਨੰਬਰ ਹੈਗੇ ਜਿਹੜੀ ਟੋਟੋਲਾਈਜੇਸ਼ਨ ਓਲੀਗਾਰਕੀ। ਠੀਕ ਹੈ। ਟੋਟੋਲਾਈਜੇਸ਼ਨ ਜਿਹੜੀ ਓਲੀਗਾਰਕੀ ਹੁੰਦੀ ਹੈ, ਇਹਦੇ ਵਿੱਚ ਕੀ ਹੁੰਦਾ ਜੀ, ਇਹਦੇ ਵਿੱਚ ਜਿਹੜਾ ਇੱਕ ਪਾਰਟੀ ਲੀਡਰ ਹੁੰਦਾ ਉਹ ਸਾਰੇ ਕੁਛ ਆਪਣੇ ਅੰਡਰ ਕੈਪਚਰ ਕਰ ਲੈਂਦਾ ਗਾ। ਉਹਦੇ ਨਾਲ 2-3 ਲੀਡਰਸ ਹੋਰ ਹੁੰਦੇ ਨੇ ਜਿਹੜੇ ਉਹ ਵੀ ਉਸ ਇੱਕ ਲੀਡਰ ਦੇ ਜਿਹੜਾ ਮੇਨ ਹੁੰਦਾ ਉਸ ਦੇ ਅੰਡਰ ਹੀ ਹੁੰਦੇ ਨੇਗੇ। ਜਿਵੇਂ ਕਿ ਹੋ ਗਿਆ ਨਾਜ਼ੀਵਾਦ, ਫਾਂਸੀਵਾਦ। ਜਰਮਨ ਵਿੱਚ ਤੀ ਫਾਂਸੀਵਾਦ ਬਹੁਤ ਜ਼ਿਆਦਾ ਤੀ, ਨਾਜ਼ੀਵਾਦ ਮੂਸੋਲੀਨੀ ਤੀ ਜਿਹੜਾ ਇਟਲੀ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਕੀਤੀ, ਬਹੁਤ ਗੰਦੇ ਤਰੀਕੇ ਦੀ ਹੁੰਦੀ ਹੈ ਜੀ। ਲੋਕਾਂ ਦੇ ਸਾਰੀ ਜਿਹੜੀ ਲਾਈਫ ਹੁੰਦੀ ਹੈਗੀ, ਚਾਹੇ ਪਰਸਨਲ ਹੋਵੇ ਚਾਹੇ ਪ੍ਰਾਈਵੇਟ ਹੋਵੇ, ਸਾਰਿਆਂ 'ਤੇ ਜਿਹੜਾ ਇੱਕ ਕੰਟਰੋਲ ਕੀਤਾ ਜਾਂਦਾ ਗਾ। ਠੀਕ ਹੈ ਜੀ। ਟੋਟੋਲਰਾਈਜੇਸ਼ਨ ਕਹਿੰਦੇ ਨੇ ਉਹਨੂੰ, ਜਿਹੜੀ ਟੋਟਲੀ ਕੰਟਰੋਲ ਹੋਵੇ, ਬਸ ਇੰਨਾ ਜ਼ਿਆਦਾ ਰੱਖਣਾ, ਇਹਦੇ ਵਿੱਚ ਟੋਟਲ ਕੰਟਰੋਲ ਹੁੰਦਾ ਗਾ। ਨੈਕਸਟ ਆ ਜਿਹੜਾ 5th ਨੰਬਰ 'ਤੇ ਹੈਗੇ, ਉਹ ਹੈਗੇ ਜੀ ਟਰਡੀਸ਼ਨਲ, ਜਿਹੜੀ ਸਭ ਤੋਂ ਪੁਰਾਣੀ ਹੁੰਦੀ ਹੈਗੀ। ਕਿਉਂਕਿ ਜਿਵੇਂ ਆਪਾਂ ਦੇਖਦੇ ਆਪਣੇ ਵੱਡੇ ਬਜ਼ੁਰਗ ਨੂੰ, ਜਿਹੜੀਆਂ ਪੁਰਾਣੀਆਂ ਪਰੰਪਰਾਵਾਂ ਨੇ, ਵਹਿਮ ਭਰਮ ਨੇ, ਉਹਨਾਂ ਨੂੰ ਛੱਡਦੇ ਨਹੀਂ ਹੈਗੇ। ਇਹ ਬਹੁਤ ਜ਼ਿਆਦਾ ਜਿਹੜੀ ਪਸੰਦ ਕੀਤੀ ਜਾਂਦੀ ਹੈ, ਪਰ ਲੋਕ ਇਹਨਾਂ ਨੂੰ ਜਿਹੜਾ ਚੇਂਜਸ ਆ ਬਹੁਤ ਮੁਸ਼ਕਿਲ ਨਾਲ ਆਉਂਦਾ, ਜਾਂ ਕਹਿੰਦੇ ਨੇ ਚੇਂਜ ਕਰਨ ਲਈ ਇਹਨਾਂ ਨੂੰ ਬਹੁਤ ਸਮਾਂ ਲੱਗ ਜਾਂਦਾ, ਸਾਲੋਂ ਸਾਲ ਲੱਗ ਜਾਂਦੇ ਨੇ ਉਹਨਾਂ ਨੂੰ ਚੇਂਜਸ ਲਿਆਉਣ ਲਈ। ਇਹਦੇ ਵਿੱਚ ਚੇਂਜ ਆ ਜਿਹੜਾ ਲੋਕ ਜ਼ਿਆਦਾ ਪਸੰਦ ਨਹੀਂ ਕਰਦੇ ਹੈਗੇ। 1 ਮਿੰਟ ਮੈਂ ਤੁਹਾਨੂੰ ਸਾਫ਼ ਕਰਕੇ ਦੁਬਾਰਾ ਰਿਪੀਟ ਕਰਦੇ ਹਾਂ। ਠੀਕ ਹੈ ਜੀ। ਫਸਟ ਆ ਗਈ ਜਿਹੜੀ ਪੋਲੀਟੀਕਲ ਡੈਮੋਕਰੇਸੀ ਹੁੰਦੀ ਹੈ, ਜਿਹੜੀ ਸਭ ਤੋਂ ਵੱਧ ਪਸੰਦ ਆ ਗਈ। ਅਤੇ ਜੇ ਪੋਲੀਟੀਕਲ ਵੀ ਕਿਸੇ ਦੇਸ਼ ਵਿੱਚ ਨਹੀਂ ਲਾਗੂ ਹੋ ਸਕਦੀ ਤਾਂ ਉੱਥੇ ਕਿਹੜੀ ਹੋ ਸਕਦੀ, ਉਦੋਂ ਥੋੜ੍ਹਾ ਜਿਹਾ ਘਟੀਆ ਵਰਜਨ ਆ ਜੂਗਾ ਜੀ ਟੂਟੈਲਰੀ ਡੈਮੋਕਰੇਸੀ। ਠੀਕ ਹੈ ਜੀ। ਡੈਮੋਕਰੇਸੀਆਂ 2 ਨੇ, ਇੱਕ ਪੋਲੀਟੀਕਲ ਇੱਕ ਟੂਟੈਲਰੀ ਹੈਗੀ। ਉਸ ਤੋਂ ਬਾਅਦ ਕੀ ਆ ਜੂਗਾ ਜੀ, ਉਸ ਤੋਂ ਆ ਜੂਗਾ ਮੋਡਰਨਾਈਜੇਸ਼ਨ ਦੇ ਆਧਾਰ 'ਤੇ ਜਿਹੜੀ ਓਲੀਗਾਰਕੀ ਹੈਗੀ, ਜਿਹਦੇ ਵਿੱਚ ਲੋਕ ਜਿਹੜੇ ਨੇਤਾ ਨੇ ਲੋਕਾਂ ਦੇ ਭਲੇ ਲਈ ਕੰਮ ਕਰਦੇ ਨੇਗੇ। ਉਹਨਾਂ ਦਾ ਸਾਰੇ ਕੁਛ 'ਤੇ ਕੰਟਰੋਲ ਨਹੀਂ ਹੁੰਦਾ, ਸਿਰਫ ਜਿੱਥੇ ਜਿੱਥੇ ਜ਼ਰੂਰੀ ਹੁੰਦਾ ਉੱਥੇ ਉੱਥੇ ਉਹ ਕੰਟਰੋਲ ਹੁੰਦਾ। ਨੈਕਸਟ ਆ ਗਈ ਜੀ 4th ਨੰਬਰ, ਜਿਹੜਾ ਟੋਟਲ ਕੰਟਰੋਲ ਦੇ ਆਧਾਰ 'ਤੇ ਹੁੰਦੀ ਹੈ, ਜਿਵੇਂ ਨਾਜ਼ੀਵਾਦ ਜਾਂ ਫਾਂਸੀਵਾਦ। ਅਤੇ ਨੈਕਸਟ ਹੈਗਾ ਜੀ 5th ਨੰਬਰ 'ਤੇ, ਇਹ ਹੈਗਾ ਜੀ ਟਰਡੀਸ਼ਨਲ ਓਲੀਗਾਰਕੀ, ਜਿਹੜਾ ਪੁਰਾਣੀ ਪਰੰਪਰਾਵਾਂ ਦੇ ਆਧਾਰ 'ਤੇ ਹੈ, ਜਿਹਦੇ ਵਿੱਚ ਚੇਂਜਸ ਲਿਆਉਣਾ ਬਹੁਤ ਜ਼ਿਆਦਾ ਮੁਸ਼ਕਿਲ ਆ। ਜਿਹੜਾ ਫਸਟ ਆ ਜੀ, ਹੁਣ ਲੋਕ ਕਿਹਨੂੰ ਪਸੰਦ ਕਰਦੇ ਨੇ, ਪੋਲੀਟੀਕਲ ਨੂੰ, ਅਤੇ ਪੁਰਾਣੇ ਸਮਿਆਂ 'ਚ ਜਿਹੜੇ ਟਰਡੀਸ਼ਨਲ ਨੂੰ। ਠੀਕ ਆ। ਸਾਰਿਆਂ ਤੋਂ ਪੁਰਾਣੀ ਟਰਡੀਸ਼ਨਲ ਯਾਦ ਰੱਖਣਾ, ਜਿਹੜੇ ਸਾਰਿਆਂ ਤੋਂ ਲਾਸਟ 'ਤੇ ਉਹ ਟਰਡੀਸ਼ਨਲ, ਸਾਰਿਆਂ ਤੋਂ ਉੱਪਰ ਹੈ ਜਿਹੜੀ ਉਹ ਪੋਲੀਟੀਕਲ ਆ। ਇਸ ਤਰ੍ਹਾਂ ਤੁਸੀਂ ਕੋਈ ਆਪਣੇ ਵੱਲੋਂ ਟ੍ਰਿਕ ਵੀ ਬਣਾ ਸਕਦੇ, ਜਿਵੇਂ PTMTT। ਠੀਕ ਹੈ, ਯਾਦ ਰੱਖਣਾ।
ਟੋਟਲ ਲਿਖ ਕੇ ਇਹਨੂੰ ਟੀ ਨੂੰ ਟੋਟਲ ਲਿਖ ਕੇ ਟੋਟਲ ਟ੍ਰੈਡੀਸ਼ਨਲ, PTM ਟੋਟਲ ਟ੍ਰੈਡੀਸ਼ਨਲ, ਐਵੇਂ ਕੋਈ ਆਪਣੇ ਵੱਲੋਂ ਇੱਕ ਟ੍ਰਿਕ ਬਣਾ ਲੈਣਾ। PTM ਟੋਟਲ ਟ੍ਰੈਡੀਸ਼ਨਲ, ਇਹਨੂੰ ਲਾਈਨ 'ਚ ਯਾਦ ਕਰ ਲੈਣਾ ਜੀ। ਪਹਿਲੇ ਦੋ ਨੇ ਜਿਹੜੇ ਡੈਮੋਕ੍ਰੇਸੀ ਦੇ ਆਧਾਰ 'ਤੇ ਨੇ, ਜਿਹੜੇ ਲਾਸਟ ਤਿੰਨ ਨੇ ਇਹ ਓਲੀਗਾਰਕੀ ਦੇ ਆਧਾਰ 'ਤੇ ਨੇ। ਠੀਕ ਆ, ਕਈ ਵਾਰ ਓਲੀਗਾਰਕੀ ਦੇ ਪੁੱਛ ਲੈਂਦੇ ਨੇ, ਕਈ ਵਾਰ ਡੈਮੋਕ੍ਰੇਸੀ ਦੇ ਪੁੱਛ ਲੈਂਦੇ ਨੇ। ਉਹਦੇ ਵਿੱਚ ਇਹਨਾਂ ਦੇ ਨਾਲ ਡੈਮੋਕ੍ਰੇਸੀ ਲਗਾ ਕੇ ਆਪਾਂ ਨੂੰ ਥੋੜ੍ਹਾ ਜਿਹਾ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਧਿਆਨ ਰੱਖਣਾ। ਚਲੋ ਆਈ ਗੈਸ ਤੁਹਾਨੂੰ ਸਮਝ ਲੱਗ ਗਈ ਹੋਣੀ, ਮੈਂ ਬਹੁਤ ਸਲੋਲੀ ਅੱਜ ਹੌਲੀ ਹੌਲੀ ਆਰਾਮ ਨਾਲ ਕਰਵਾ ਰਹੀ ਹਾਂ। ਨੈਕਸਟ ਹੈਗਾ ਜੀ ਜਿਹੜਾ ਬਹੁਤ ਜ਼ਿਆਦਾ ਫੇਮਸ ਥਿੰਕਰ ਹੈ, ਜਿੱਥੋਂ ਕੁਐਸਚਨ ਆਉਣਾ ਹੀ ਆਉਣਾ ਹੁੰਦਾ ਗਾ, ਉਹ ਹੈਗਾ ਜੀ ਲੂਇਸਨ ਪਾਈ। ਇਹ ਆਪਣਾ ਤੀਜੇ ਨੰਬਰ ਦਾ ਥਿੰਕਰ ਆਜੂ ਜੀ। ਸਭ ਤੋਂ ਪਹਿਲਾਂ ਪੋਲੀਟੀਕਲ ਡਿਵੈਲਪਮੈਂਟ ਦਾ ਜਿਹੜਾ ਫਾਰਮੂਲਾ ਦਿੱਤਾ ਸੀ ਜਾਂ ਪੋਲੀਟੀਕਲ ਵਿੱਚ ਡਿਵੈਲਪਮੈਂਟ ਲੈ ਕੇ ਆਂਦਾ ਸੀ, ਉਹ ਹੈਗਾ ਸੀ ਜੀ ਲੂਇਸਨ ਪਾਈ। ਜਿਹੜਾ ਨੰਬਰ 1 'ਤੇ ਆਪਾਂ ਨੇ ਕੀਤਾ ਸੀ ਐਪਟਰ, ਉਹਨੇ ਕੀ ਕੀਤਾ ਸੀ, ਪੋਲੀਟੀਕਲ ਮੋਡਰਨਾਈਜੇਸ਼ਨ ਫਸਟ ਵਾਰੀ ਡਿਫਾਈਨ ਕੀਤਾ ਸੀ। ਅਤੇ ਜਿਹੜਾ ਲੂਇਸਨ ਪਾਈ ਹੈ ਇਹਨੇ ਪੋਲੀਟੀਕਲ ਡਿਵੈਲਪਮੈਂਟ ਕੀਤਾ। ਧਿਆਨ ਰੱਖਣਾ ਜੀ, ਉਹ ਮਾਡਰਨ ਵਾਲਾ ਸੀ ਅਤੇ ਇਹ ਪੋਲੀਟੀਕਲ ਡਿਵੈਲਪਮੈਂਟ ਵਾਲਾ ਗਾ, ਇਸ ਲਈ ਕਨਫਿਊਜ਼ਨ ਨਾ ਹੋ ਜਾਣਾ। ਲੂਇਸਨ ਪਾਈ ਵੱਲੋਂ ਜਿਹੜਾ 3 ਲੈਵਲ ਦਿੱਤੇ ਗਏ ਸੀ ਜੀ ਡਿਵੈਲਪਮੈਂਟ ਦੇ। ਜਿਹੜਾ ਡਿਵੈਲਪਮੈਂਟ ਹੋਊਗਾ ਇਸ ਵਿੱਚ ਜਿਹੜੀ ਸਾਰੀ ਕੰਟਰੀ ਦੀ ਜਨਸੰਖਿਆ ਹੋਊਗੀ ਉਹਨੂੰ ਬਰਾਬਰ ਸਮਝਿਆ ਜਾਊਗਾ, ਫਸਟ ਲੈਵਲ ਹੋਊਗਾ। ਉੱਥੇ ਜਿਹੜਾ ਸੈਕਿੰਡ ਨੰਬਰ 'ਤੇ ਜਿਹੜਾ ਗੌਰਮੈਂਟ ਲੈਵਲ ਹੋਊਗਾ ਉਹ ਵਧੀਆ ਤਰੀਕੇ ਦਾ ਹੋਊਗਾ, ਅਤੇ ਜਿਹੜਾ ਪੋਲਿਸੀਜ਼ ਲਿਆਉਣਗੇ ਲੋਕਾਂ ਲਈ ਉਹ ਇੱਕ ਚੰਗੇ ਤਰੀਕੇ ਦੇ ਹੋਣਗੇ, ਜਿਹੜਾ ਸਮੇਂ ਦੇ ਨਾਲ ਚੇਂਜਸ ਹੁੰਦੀਆਂ ਰਹਿਣਗੀਆਂ। ਜਿਵੇਂ ਕਿ ਮੰਨ ਲਓ ਆਪਾਂ ਨੂੰ ਕਿਸਾਨ ਬਿੱਲ ਸਿਸਟਮ ਆਪਣੇ ਪਿੱਛੇ ਜਿਹੜੇ ਪੰਜਾਬ 'ਚ ਲੱਗੇ ਸੀਗੇ, ਉੱਥੋਂ ਦੀ ਜਿਹੜੀ ਜਨਸੰਖਿਆ ਅਤੇ ਉਹ ਲਗਭਗ ਮੋਸਟਲੀ ਆਪਣੇ ਜਿਹੜੇ ਐਗਰੀਕਲਚਰ ਦੇ ਆਧਾਰ 'ਤੇ ਨੇ। ਪੰਜਾਬ 'ਚ ਜਿਹੜਾ ਜ਼ਿਆਦਾ ਆਮਦਨ ਹੁੰਦੀ ਹੈਗੀ ਅਤੇ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੇ, ਅਤੇ ਇਸ ਲਈ ਗੌਰਮੈਂਟ ਦਾ ਲੋਕਾਂ ਨੇ ਵਿਰੋਧ ਕੀਤਾ ਸੀਗਾ। ਪਰ ਲੋਕਾਂ ਨੂੰ ਜਿਹੜੇ ਉਹ ਇੱਕ ਚੰਗੀ ਗੌਰਮੈਂਟ ਹੋਣ ਦੇ ਨਾਂ 'ਤੇ ਉਹਨਾਂ ਨੇ ਆਪਣੀ ਜਿਹੜੀ ਪੋਲਿਸੀਜ਼ ਸੀ ਲੋਕਾਂ ਵੱਲੋਂ ਵਿਰੋਧ ਕਰਨ 'ਤੇ ਉਹਨੂੰ ਚੇਂਜਸ ਕਰ ਲਿਆ ਤੀ। ਠੀਕ ਹੈ ਜੀ, ਜਿਹੜੀਆਂ ਗੌਰਮੈਂਟ ਹੁੰਦੀਆਂ ਉਹ ਲੋਕਾਂ ਦੇ ਚੰਗੇ ਮਾੜੇ ਦੇ ਹਿਸਾਬ ਨਾਲ ਆਪਣੀ ਪੋਲਿਸੀਜ਼ ਚੇਂਜ ਕਰ ਲੈਂਦੀਆਂ ਨੇਗੀਆਂ। ਇਸ ਨੂੰ 3 ਲੈਵਲ ਕਹਿੰਦੇ ਨੇਗੇ। ਵੈਸੇ ਤੋਂ ਕੁਐਸਚਨ ਇੰਨਾ ਬਣਦਾ ਨਹੀਂ ਹੈਗਾ, ਪਰ ਫਿਰ ਵੀ ਇੱਕ ਵਾਰੀ ਯਾਦ ਕਰ ਲਓ, ਲੈਵਲ ਦਾ ਵੀ ਆਪਾਂ ਨੂੰ ਹੁਣ ਪਤਾ ਹੋਣਾ ਚਾਹੀਦਾ। ਪਹਿਲਾਂ ਜਨਸੰਖਿਆ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ, ਫਿਰ ਗੌਰਮੈਂਟ ਨੂੰ, ਫਿਰ ਗੌਰਮੈਂਟ ਵੱਲੋਂ ਜਿਹੜੀ ਪੋਲਿਸੀਜ਼ ਬਣਾਈ ਜਾਂਦੀਆਂ ਨੇ ਵੀ ਉਹ ਲੋਕਾਂ ਲਈ ਬੈਨੀਫੀਸ਼ੀਅਲ ਨੇ ਜਾਂ ਨਹੀਂ ਹੈਗੇ, ਉਹਦੇ ਆਧਾਰ 'ਤੇ ਉਹ ਚੇਂਜਸ ਹੁੰਦੀਆਂ ਰਹਿੰਦੀਆਂ ਨੇਗੀਆਂ। ਚਲੋ ਨੈਕਸਟ ਚੱਲਦੇ। ਹਾਂਜੀ, ਨੈਕਸਟ ਹੈਗਾ ਜੀ, ਇਹ ਹੈਗੀ ਲੂਇਸਨ ਪਾਈ ਦੀ ਬੁੱਕ ਆ ਜੀ, ਐਸਪੈਕਟ ਆਫ ਪੋਲੀਟੀਕਲ ਡਿਵੈਲਪਮੈਂਟ। ਇਸ ਵਿੱਚ ਇਹਨਾਂ ਨੇ 3 ਤਰ੍ਹਾਂ ਦੇ ਜਿਹੜੇ ਐਸਪੈਕਟ ਦਿੱਤੇ ਸੀ ਜੀ ਇਹਨਾਂ ਵੱਲੋਂ। 3 ਐਸਪੈਕਟ ਕਿਹੜੇ ਨੇ ਜੀ? ਇਕੁਇਟੀ, ਕਪੈਸਿਟੀ ਐਂਡ ਡਿਫਰੈਂਸ਼ੀਏਸ਼ਨ। ਠੀਕ ਹੈ, ਇਕੁਇਟੀ ਦਾ ਹੁੰਦਾ ਕਿ ਸਮਾਨਤਾ, ਵੀ ਉਹਦੇ ਵਿੱਚ ਸਮਾਨਤਾ ਕਿਸ ਲੈਵਲ 'ਤੇ ਆ ਰਹੀ ਹੈ। ਕਪੈਸਿਟੀ ਹੈ ਜਿਹੜੀ ਉਹਦੇ ਵਿੱਚ ਕਿਹੜੀ ਸੰਸਥਾ ਵੀ ਕਿਹੜੇ ਜਿਹੜੇ ਇੰਸਟੀਟਿਊਸ਼ਨ ਬਣੇ ਹੋਏ ਨੇ ਉਹਨਾਂ ਵਿੱਚ ਕਿੰਨੀ ਕਪੈਸਿਟੀ ਹੈਗੀ ਲੋਕਾਂ ਨੂੰ ਚੰਗਾ ਜਿਹੜਾ ਜੀਵਨ ਬਿਹਤਰ ਜਿਹੜੀ ਸਹੂਲਤਾਂ ਪ੍ਰਦਾਨ ਕਰਨ ਦੀ। ਅਤੇ ਨੈਕਸਟ ਹੈਗਾ ਜੀ ਡਿਫਰੈਂਸ਼ੀਏਸ਼ਨ, ਵੀ ਹਰੇਕ ਜਿਹੜੀ ਸੰਸਥਾ ਉਹਦਾ ਅਲੱਗ-ਅਲੱਗ ਵਰਕ ਹੈਗਾ ਅਤੇ ਉੱਥੋਂ ਦੇ ਜਿਹੜੇ ਅਲੱਗ-ਅਲੱਗ ਪੋਲਿਸੀਜ਼ ਨੇਗੇ ਲੋਕਾਂ ਨੂੰ ਬੈਨੀਫੀਸ਼ੀਅਲ ਕਰਨ ਦੇ ਲਈ। ਇਹਨਾਂ ਤਿੰਨਾਂ ਨੂੰ ਵੀ ਆਪਾਂ ਨੇ ਇਸੀ ਲਾਈਨ 'ਚ ਯਾਦ ਕਰ ਲੈਣਾ। ਉਹਨੂੰ ਆਪਾਂ ਕੀ ਕਿਹਾ ਜਾਂਦਾ ਸ਼ਾਰਟ ਵਿੱਚ? ECD ਮਾਡਲ ਕਿਹਾ ਜਾਂਦਾ ਜੀ ਇਹਨੂੰ। ਠੀਕ ਹੈ, ਲੂਇਸਨ ਪਾਈ ਦਾ ECD ਮਾਡਲ, ਇਕੁਇਟੀ, ਕੈਪੈਸਿਟੀ ਐਂਡ ਡਿਫਰੈਂਸ਼ੀਏਸ਼ਨ। ਚਲੋ ਅੱਗੇ ਚੱਲਦੇ ਹਾਂ ਜੀ। ਥੋੜ੍ਹਾ ਜਿਹਾ ਉੱਪਰ ਕਰ ਲੈ। ਹਾਂਜੀ, ਜਿਹੜਾ ਨੈਕਸਟ ਹੈ ਜੀ, ਜਿਹੜੀ ਲੂਇਸਨ ਪਾਈ ਦੀ ਬੁੱਕ ਦੀ ਐਸਪੈਕਟ ਆਫ ਪੋਲੀਟੀਕਲ ਡਿਵੈਲਪਮੈਂਟ, ਇਹਦੇ ਵਿੱਚ ਇਹਨਾਂ ਨੇ 3 ਤਰ੍ਹਾਂ ਦੇ ਐਸਪੈਕਟ ਦਿੱਤੇ ਤੇ ਉਸ ਸਮੇਂ ਦੀ ਜਿਹੜੇ ਇੰਗਲੈਂਡ ਦੀ ਜਿਹੜੀ ਪੋਲਿਸੀ ਸੀਗੀ ਪੋਲੀਟੀਕਲ ਸਿਸਟਮ ਦੀ, ਉਹਦੇ ਆਧਾਰ 'ਤੇ ਉੱਥੇ ਲੂਇਸਨ ਪਾਈ ਨੇ 6 ਤਰ੍ਹਾਂ ਦੇ ਜਿਹੜੇ ਕ੍ਰਾਈਸਿਸ ਦਿੱਤੇ ਸੀਗੇ ਪੋਲੀਟੀਕਲ ਡਿਵੈਲਪਮੈਂਟ ਦੇ। ਯਾਦ ਰੱਖਣਾ ਜੀ, ਜੇ ਪੁੱਛ ਲੈਣ ਵੀ ਕਿਹੜੀ ਕੰਟਰੀ ਦੇ ਲਈ ਉਹਨੇ ਜਿਹੜੇ ਕ੍ਰਾਈਸਿਸ ਦਿੱਤੇ ਸੀ, ਤਾਂ ਉਹ ਕੰਟਰੀ ਦਾ ਨੇਮ ਹੈਗਾ ਜੀ ਇੰਗਲੈਂਡ। ਕਿੰਨੇ ਦਿੱਤੇ ਸੀ ਜੀ? ਇਹ 6 ਦਿੱਤੇ ਸੀ ਜੀ ਜਿਹੜੇ ਕ੍ਰਾਈਸਿਸ ਦਿੱਤੇ ਸੀਗੇ। ਇੱਕ ਕਰਕੇ ਆਪਾਂ ਦੇਖ ਦਿਆਂਗੇ ਇਹਨਾਂ ਨੂੰ ਵੀ। ਆਪਾਂ ਨੇ ਕ੍ਰਾਈਸਿਸ ਨੂੰ ਜਿਹੜਾ ਇੱਕ ਲਾਈਨ ਦੇ ਵਿੱਚ ਯਾਦ ਕਰ ਰੱਖ ਲੈਣਾ। ਬੁੱਕ ਯਾਦ ਰੱਖਣੀ ਵੀ ਕਿਹੜੀ ਬੁੱਕ ਵਿੱਚ ਦਿੱਤੇ ਸੀ। ਬੁੱਕ ਦਾ ਨੇਮ ਹੈਗਾ ਐਸਪੈਕਟ ਆਫ ਪੋਲੀਟੀਕਲ ਡਿਵੈਲਪਮੈਂਟ। ਵਿੱਚ 6 ਤਰੀਕੇ ਦੇ ਜਿਹੜੇ ਆਪਾਂ ਨੂੰ ਕ੍ਰਾਈਸਿਸ ਦਿੱਤੇ ਗਏ ਨੇ। ਫਸਟ ਹੈਗਾ ਜੀ, ਇਹ ਹੈਗਾ ਗਏ ਆਈਡੈਂਟੀਟੀ। ਜਦੋਂ ਪੋਲੀਟੀਕਲ ਡਿਵੈਲਪਮੈਂਟ ਉੱਥੇ ਹੋਣ ਲੱਗਿਆ ਸੀ ਇੰਗਲੈਂਡ ਵਿੱਚ, ਤਾਂ ਕਈ ਲੋਕਾਂ ਨੂੰ ਜਿਹੜੀ ਆਪਣੀ ਪਹਿਚਾਣ ਉੱਥੇ ਹੋਣੀ ਪੈ ਗਈ ਸੀ ਜੀ। ਇਹਨੂੰ ਕੀ ਕਹਿੰਦੇ ਨੇ? ਪਹਿਚਾਣ ਦਾ ਸੰਕਟ। ਨੈਕਸਟ ਹੈਗਾ ਜੀ ਲੈਜੀਟੀਮੇਸੀ, ਵੀ ਲੀਗਲ ਤਰੀਕਾ ਕੀ ਹੈਗਾ, ਲੀਗਲ ਤਰੀਕਾ ਕਿਵੇਂ ਵਰਕ ਕਰੂਗਾ, ਕਿ ਇਹਨਾਂ ਨੂੰ ਲੀਗਲੀ ਤੌਰ 'ਤੇ ਜਿਹੜਾ ਬੈਨੀਫੀਸ਼ੀਅਲ ਹੋਊਗਾ। ਇਹ ਸਾਰੀਆਂ ਕੰਡੀਸ਼ਨਾਂ ਨੇ ਜਿਹੜੀਆਂ ਉਹ ਲੈਜੀਟੀਮੇਸੀ ਵਿੱਚ ਆ ਜਾਂਦੀਆਂ ਨੇ। ਵੀ ਇਹਦੇ ਵਿੱਚ ਕਿਹਾ ਗਿਆ ਵੀ ਕੀ ਲੀਗਲ ਆ ਕੀ ਲੀਗਲ ਨਹੀਂ ਹੈ, ਉਹਦੇ ਆਧਾਰ 'ਤੇ ਜਿਹੜੀਆਂ ਪੋਲਿਸੀਜ਼ ਜਿਹੜੀਆਂ ਬਣਾਈਆਂ ਗਈਆਂ ਸਨ। ਨੈਕਸਟ ਹੈਗਾ ਜੀ ਪੈਨੀਟ੍ਰੇਸ਼ਨ,
ਇਹਦੇ ਵਿੱਚ ਆ ਜਾਂਦਾ ਜੀ ਜਿਹੜਾ ਪੋਲੀਟੀਕਲ ਡਿਵੈਲਪਮੈਂਟ ਹੁੰਦਾ ਸੀ ਜੀ ਪੈਨੀਟ੍ਰੇਸ਼ਨ ਵਿੱਚ ਕੀ ਸੀ ਜੀ, ਜਿਹੜਾ ਡਿਵੈਲਪਮੈਂਟ ਸਿਰਫ ਉੱਪਰਲੇ ਲੋਕਾਂ ਤੱਕ ਹੀ ਜਿਹੜਾ ਸੀਮਿਤ ਹੋ ਗਿਆ ਸੀ। ਜਿਹੜੇ ਨਿਚਲੇ ਵਰਗ ਦੇ ਨੇਗੇ ਮੀਡੀਅਮ ਲੋਕ ਸੀ ਉਹਨਾਂ ਤੱਕ ਜਿਹੜਾ ਇਹ ਨਹੀਂ ਪਹੁੰਚ ਰਹੀ ਸੀਗੀ। ਪਾਲਿਸੀਆਂ ਸਿਰਫ ਉੱਪਰਲੇ ਤੱਕ ਵਰਕ ਕਰ ਰਹੀਆਂ ਸਨ, ਜਿਹਨੂੰ ਪੈਨੀਟ੍ਰੇਸ਼ਨ ਕਿਹਾ ਸੀ। ਇਹਦੇ ਵੱਲੋਂ ਵੀ ਪੈਨੀਟ੍ਰੇਸ਼ਨ ਦਾ ਇੱਕ ਕ੍ਰਾਈਸਿਸ ਆ ਵੀ ਆਮ ਤੱਕ ਜਿਹੜੀਆਂ ਸਹੂਲਤਾਂ ਨਹੀਂ ਪਹੁੰਚ ਰਹੀਆਂ। ਜਿਹੜੀਆਂ ਵੀ ਪਾਲਿਸੀ ਜਿਹਨੇ ਡਿਵੈਲਪਮੈਂਟ ਲਈ ਗੌਰਮੈਂਟ ਵੱਲੋਂ ਲਿਆਂਦੀਆਂ ਜਾ ਰਹੀਆਂ ਨੇ ਉਹ ਸਿਰਫ ਉੱਪਰਲੇ ਵਰਗ ਤੱਕ ਹੀ ਜਿਹੜੀਆਂ ਰਹਿ ਜਾਂਦੀਆਂ ਨੇਗੀਆਂ। ਜਿਹੜਾ ਆਪਾਂ ਨੂੰ ਪਤਾ ਇੰਡੀਆ 'ਚ ਵੀ ਐਵੇਂ ਹੁੰਦਾ ਗਾ, ਜਿਹੜੀ ਵੀ ਕੋਈ ਸਹੂਲਤ ਆਉਂਦੀ ਹੈ ਸਿਰਫ ਉੱਪਰਲੇ ਵਰਗ ਤੱਕ ਹੀ ਰਹਿ ਜਾਂਦੀ ਹੈ ਅਤੇ ਆਮ ਜਨਤਾ ਨੂੰ ਉਹਦੀ ਕੋਈ ਸਹੂਲਤ ਨਹੀਂ ਮਿਲਦੀ। ਉਹਨਾਂ ਨੂੰ ਤਾਂ ਕਾਗਜ਼ੀ ਕਾਰਵਾਈ 'ਚ ਪਾਈ ਰੱਖਦੇ ਨੇ, ਤੁਹਾਡਾ ਆਹ ਕਾਗਜ਼ ਨਹੀਂ ਪੂਰਾ, ਇੱਥੇ ਸਾਈਨ ਕਰਾ ਕੇ ਲਿਆਓ, ਇੱਥੇ ਲਿਆਓ, ਠੀਕ ਹੈ, ਯਾਦ ਰੱਖਣਾ। ਨੈਕਸਟ ਹੈਗਾ ਜੀ ਪਾਰਟੀਸਪੇਸ਼ਨ। ਇਹ ਹੈਗੀ ਆ ਭਾਗੀਦਾਰੀ, ਵੀ ਕਿਸ ਲੈਵਲ 'ਚ ਲੋਕ ਭਾਗੀਦਾਰੀ ਕਰਦੇ ਨੇਗੇ, ਵੀ ਜੇ ਭਾਗੀਦਾਰ ਕਰਦੇ ਨੇ ਤਾਂ ਉਹਨਾਂ ਨੂੰ ਉੱਥੋਂ ਕੀ ਬੈਨੀਫਿਸ਼ਰੀ ਹੋ ਰਿਹਾ, ਜੇ ਭਾਗੀਦਾਰੀ ਕਰ ਨਹੀਂ ਰਹੇ ਤਾਂ ਇਹਦੇ ਪਿੱਛੇ ਕੀ ਕਾਰਨ ਨੇ। ਇਸ ਕ੍ਰਾਈਸਿਸ ਨੂੰ ਕਿਹਾ ਜਾਂਦਾ ਜੀ ਪਾਰਟੀਸਪੇਸ਼ਨ ਜਾਂ ਭਾਗੀਦਾਰੀ ਦਾ। ਨੈਕਸਟ ਹੈਗਾ ਜੀ ਯੂਨੀਫਿਕੇਸ਼ਨ। ਇਹਦੇ ਵਿੱਚ ਹੁੰਦਾ ਜੀ ਇਕੱਠੇ ਹੋ ਕੇ, ਜਦੋਂ ਲੋਕ ਨੇ ਇਕੱਠੇ ਹੋ ਕੇ ਪੋਲੀਟੀਕਲ ਵਿੱਚ ਚੋਣਾਂ ਵਿੱਚ ਭਾਗ ਲੈਂਦੇ ਨੇ ਜਾਂ ਕਿਸੇ ਵੀ ਤਰੀਕੇ ਨਾਲ ਗੌਰਮੈਂਟ ਨੂੰ ਪ੍ਰਭਾਵਿਤ ਕਰਦੇ ਨੇ, ਕੋਈ ਦਬਾਅ ਸਮੂਹ ਬਣਾਉਂਦੇ ਨੇ, ਪ੍ਰੈਸ਼ਰ ਗਰੁੱਪ ਬਣਾਉਂਦੇ ਨੇ, ਉਹਨੂੰ ਕੀ ਕਿਹਾ ਜਾਂਦਾ ਜੀ ਯੂਨੀਫਿਕੇਸ਼ਨ ਦੇ ਆਧਾਰ 'ਤੇ ਕ੍ਰਾਈਸਿਸ। ਨੈਕਸਟ ਹੈਗਾ ਜੀ ਡਿਸਟ੍ਰੀਬਿਊਸ਼ਨ, ਵੀ ਜਿਹੜੇ ਸੰਸਾਧਨ ਨੇ ਕਿਸ ਅਕੋਰਡਿੰਗ ਨੇ ਜਿਹੜੇ ਲੋਕਾਂ ਵਿੱਚ ਡਿਸਟ੍ਰੀਬਿਊਸ਼ਨ ਹੋ ਰਹੇ ਨੇ, ਵੰਡੇ ਜਾ ਰਹੇ ਨੇਗੇ, ਠੀਕ ਹੈ ਜੀ। 6 ਨੇਗੇ ਦੁਬਾਰਾ ਕਰਾਂਗੇ ਆਈਡੈਂਟਿਟੀ ਦਾ। ਨੈਕਸਟ ਹੈਗਾ ਜਿਹੜਾ ਪਹਿਚਾਣ ਦਾ ਸੰਕਟ ਦੀ। ਦੂਜਾ ਹੈਗਾ ਲੈਜੀਟੀਮੇਸੀ, ਵੀ ਜਿਹੜੇ ਲੀਗਲ ਕਾਨੂੰਨ ਨੇਗੇ ਉਹ ਕਿਸ ਤਰੀਕੇ ਨਾਲ ਵਰਕ ਕਰ ਰਹੇ ਨੇਗੇ ਅਤੇ ਕੀ ਚੀਜ਼ ਲੀਗਲ ਆ ਉਹਦੇ ਵਿੱਚ, ਕੀ ਚੀਜ਼ ਲੀਗਲ 'ਚ ਨਹੀਂ ਆ ਰਹੀ ਹੈਗੀ। ਪੈਨੀਟ੍ਰੇਸ਼ਨ ਆ ਜਾਂਦਾ, ਪਾਰਟੀਸਪੇਸ਼ਨ, ਯੂਨੀਫਿਕੇਸ਼ਨ ਅਤੇ ਲਾਸਟ ਹੈਗਾ ਜੀ ਡਿਸਟ੍ਰੀਬਿਊਸ਼ਨ, ਠੀਕ ਹੈ। ਇਹਨੂੰ ਵੀ ਆਪਾਂ ਨੇ ਲਾਈਨ 'ਚ ਯਾਦ ਕਰ ਲੈਣਾ। ਇਹਨਾਂ ਜਿਹੜਾ ਫਾਰਮੂਲਾ ਜੀ ਉਹ ਹੈਗਾ ਕਿ ਜਿਹੜਾ ਸ਼ਾਰਟ ਦੇ ਵਿੱਚ ਹੈਗਾ ਬਣਾਇਆ ਹੋਇਆ, ਆਈ ਲਵ ਪਾਨੀਪੂਰੀ ਯੂ ਡੂ, ਠੀਕ ਹੈ, ਯਾਦ ਰੱਖਣਾ ਆਈ ਲਵ ਪਾਨੀਪੂਰੀ ਯੂ ਡੂ। ਪਾਨੀਪੂਰੀ 'ਚ ਬਸ ਐਂ ਯਾਦ ਰੱਖਣਾ ਜੀ, ਪਹਿਲਾਂ ਪੈਨੀਟ੍ਰੇਸ਼ਨ ਆਊਗਾ, ਪਾਣੀ ਆਊਗਾ, ਫਿਰ ਪਾਰਟੀਸਪੇਸ਼ਨ ਆਊਗਾ, ਠੀਕ ਹੈ। ਇੱਥੇ ਕਨਫਿਊਜ਼ਨ ਹੋ ਸਕਦੀ ਹੈਗੀ ਆਪਾਂ ਨੂੰ ਅੱਗੇ ਪਿੱਛੇ, ਇਹਨਾਂ ਯਾਦ ਰੱਖਣਾ ਪਹਿਲਾਂ ਪੈਨੀਟ੍ਰੇਸ਼ਨ ਅਤੇ ਫਿਰ ਪਾਰਟੀਸਪੇਸ਼ਨ। ਆਈ ਲਵ ਪਾਨੀਪੂਰੀ ਯੂ ਡੂ, ਇਹਦੇ ਆਧਾਰ 'ਤੇ ਆਪਾਂ ਨੂੰ ਫਾਰਮੂਲੇ ਨਾਲ ਇਹ ਯਾਦ ਹੋ ਜਾਂਦੇ ਨੇ ਜਲਦੀ। ਨੈਕਸਟ ਚੱਲਦੇ ਆ ਜੀ ਫੇਮਸ ਇਹ ਵੀ ਸੈਮੂਅਲ ਹੰਟਿੰਗਟਨ, ਠੀਕ ਹੈ। ਇਹਦਾ ਜਿਹੜਾ ਪੂਰਾ ਨਾਮ ਹੈਗਾ ਉਹ ਹੈਗਾ ਸੈਮੂਅਲ ਹੰਟਿੰਗਟਨ, ਇੱਥੇ ਆਪਾਂ ਨੇ ਇਕੱਲਾ ਹੰਟਿੰਗਟਨ ਲਿਖਿਆ ਹੈਗਾ। ਇਹਦੀ ਜਿਹੜੀ ਬੁੱਕ ਆ ਜੀ ਮੇਨ ਹੈ ਉਹ ਹੈਗਾ ਜੀ ਪੋਲੀਟੀਕਲ ਡਿਵੈਲਪਮੈਂਟ ਐਂਡ ਪੋਲੀਟੀਕਲ ਡੀਕੇ। ਪੋਲੀਟੀਕਲ ਡਿਵੈਲਪਮੈਂਟ ਵਿੱਚ ਇਹਨੇ ਇੱਕ ਡੀਕੇ ਨਾਂ ਦਾ ਕਨਸੈਪਟ ਲੈ ਕੇ ਆਉਂਦਾ ਸੀ ਜੀ। ਇਹਨੇ ਕਿਹਾ ਸੀ ਵੀ ਜਿਹੜਾ ਇਹਨਾਂ ਦਾ ਜਿਹੜਾ ਡੀਕੇ ਦਾ ਇਹ ਕਨਸੈਪਟ ਘੁੰਮਦਾ ਸੀ, ਇਹ ਇੰਸਟੀਟਿਊਸ਼ਨ ਦੇ ਨਾਲ ਘੁੰਮਦਾ ਸੀ, ਵੀ ਜਿਵੇਂ ਸੰਸਥਾਵਾਂ ਨੇ, ਵੀ ਜਿੰਨੀਆਂ ਸੰਸਥਾਵਾਂ ਵੱਧ ਹੋਣਗੀਆਂ ਕਿਸੇ ਵੀ ਇਲਾਕੇ ਵਿੱਚ, ਕਿਸੇ ਵੀ ਕੰਟਰੀ ਵਿੱਚ, ਉੱਥੇ ਜਿਹੜਾ ਪੋਲੀਟੀਕਲ ਜਿਹੜਾ ਡਿਵੈਲਪਮੈਂਟ ਹੋਊਗਾ ਉਹ ਓਨਾ ਹੀ ਜ਼ਿਆਦਾ ਵਧੀਆ ਹੋਵੇਗਾ। ਵੀ ਜਿੱਥੇ ਲੋਕਾਂ ਨੂੰ ਆਪਣੇ ਇੱਕ ਮੰਨ ਲਓ ਵੀ ਇੱਕ ਆਬਾਦੀ ਆ ਜਿੰਨੀ ਲਵੇ, ਉਹਨਾਂ ਨੂੰ ਆਪਣੇ ਲਵੇ ਆਪਣੀਆਂ ਸਹੂਲਤਾਂ ਦੀ ਹਰ ਇੱਕ ਚੀਜ਼ ਪ੍ਰੋਵਾਈਡ ਹੋਊਗੀ ਜੀ, ਚਾਹੇ ਉਹ ਚਾਹੇ ਕੋਈ ਪੋਲੀਟੀਕਲ ਵੇਸਤ ਆ, ਚਾਹੇ ਕੋਈ ਬੇਸਿਕ ਜ਼ਰੂਰਤ ਦੀ ਆ, ਕੋਈ ਸਕੂਲ ਕਾਲਜ ਹੋ ਗਿਆ, ਹੌਸਪੀਟਲ ਹੋ ਗਿਆ, ਜਾਂ ਕੋਈ ਮਾਰਕੀਟ ਵਗੈਰਾ ਹੋ ਗਈ, ਜਿੰਨੀ ਉਹਨਾਂ ਨੂੰ ਆਪਣੇ ਲਵੇ ਹੋਊਗੀ, ਉਹਨੂੰ ਦੂਰ ਨਹੀਂ ਜਾਣਾ ਪਊਗਾ, ਓਨੀ ਉਹ ਜਿਹੜੀ ਸੁਸਾਇਟੀ ਹੈਗੀ ਉਹ ਜ਼ਿਆਦਾ ਡਿਵੈਲਪ ਮੰਨੀ ਜਾਊਗੀ। ਇਹ ਉਹਦਾ ਪੋਜ਼ੀਟਿਵ ਵਰਜਨ ਹੋਊਗਾ, ਠੀਕ ਹੈ ਜੀ, ਇੱਕ ਪੋਜ਼ੀਟਿਵ ਪ੍ਰਭਾਵ ਪਊਗਾ ਵੀ ਉਹਨੂੰ ਜ਼ਿਆਦਾ ਦੂਰ ਨਹੀਂ ਜਾਣਾ ਪੈ ਰਿਹਾ। ਅਤੇ ਜਿੱਥੇ ਉਹ ਸੰਸਥਾ, ਕੋਈ ਵੀ ਸੰਸਥਾ ਗਾ, ਕੋਈ ਕੰਟਰੀ ਹੈਗੀ, ਲੋਕਾਂ ਨੂੰ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਲੈਣ ਦੇ ਲਈ ਦੂਰ ਦੂਰ ਜਾਣਾ ਪੈਂਦਾ ਗਾ, ਉਹਨਾਂ ਨੂੰ ਲਵੇ ਕੁਛ ਵੀ ਨਹੀਂ ਮਿਲਦਾ, ਉਹਨੂੰ ਉਹਨੇ ਡੀਕੇ ਕਿਹਾ ਗਾ। ਵੀ ਇੱਥੇ ਇੱਕ ਤਰ੍ਹਾਂ ਦੀ ਸੜਨ ਪੈਦਾ ਹੋ ਜਾਂਦੀ ਹੈ ਲੋਕਾਂ ਨੂੰ ਗੌਰਮੈਂਟ ਦੇ ਪ੍ਰਤੀ, ਵੀ ਗੌਰਮੈਂਟ ਆ ਜਿਹੜਾ ਸਕਸੈਸਫੁੱਲ ਨਹੀਂ ਹੋ ਰਹੀ, ਇਹਨੂੰ ਕੀ ਕਿਹਾ ਜਾਂਦਾ ਜੀ ਪੋਲੀਟੀਕਲ ਡੀਕੇ ਕਿਹਾ ਜਾਂਦਾ ਗਾ। ਇੱਕ ਮਿੰਟ ਦੁਬਾਰਾ ਸਮਝਾ ਦਿੰਦੇ ਹਾਂ, ਇੰਪੋਰਟੈਂਟ ਆ ਜੀ, ਇਹ ਕੁਐਸਚਨ 'ਚ ਆਉਂਦਾ ਹੀ ਆਉਂਦਾ ਗਾ, ਡੀਕੇ ਕੀ ਹੈਗਾ, ਵੀ ਪੋਲੀਟੀਕਲ ਡਿਵੈਲਪਮੈਂਟ ਕੀ ਆ। ਜਿੰਨੇ ਇੰਸਟੀਟਿਊਸ਼ਨ ਵੱਧ ਗਏ ਹੋਣਗੇ ਜੀ ਓਨੀ ਜ਼ਿਆਦਾ ਜਿਹੜੇ ਪੋਜ਼ੀਟਿਵ ਪ੍ਰਭਾਵ ਪਊਗਾ, ਉਹਨੂੰ ਕੀ ਕਿਹਾ ਜਾਊਗਾ ਜੀ ਪੋਲੀਟੀਕਲ ਡਿਵੈਲਪਮੈਂਟ ਕਿਹਾ ਜਾਊਗਾ। ਅਤੇ ਜਿੰਨੀਆਂ ਸੰਸਥਾਵਾਂ ਘੱਟ ਹੋਣਗੀਆਂ ਕਿਸੇ ਵੀ, ਚਾਹੇ ਜਿੰਨੀ ਵੱਡੀ ਜ਼ਿਆਦਾ ਉਹ ਹੋਵੇ, ਇੱਕ ਏਰੀਆ ਲਾ ਲਓ, ਜਨਸੰਖਿਆ ਹੋਵੇ, ਕੰਟਰੀ ਹੋਵੇ, ਜਿੰਨੀਆਂ ਉੱਥੇ ਘੱਟ ਹੋਣਗੀਆਂ ਸੰਸਥਾਵਾਂ ਓਨੀ ਜ਼ਿਆਦਾ ਉਹਨੂੰ ਕੀ ਕਿਹਾ ਜਾਊਗਾ ਜੀ ਨੈਗੇਟਿਵ ਪ੍ਰਭਾਵ ਦੇ ਆਧਾਰ 'ਤੇ ਪੋਲੀਟੀਕਲ ਡੀਕੇ ਕਿਹਾ ਜਾਊਗਾ। ਵੀ ਉੱਥੇ ਜਿਹੜਾ ਰਾਜਨੀਤੀ ਵਿੱਚ ਇੱਕ ਸੜਨ ਪੈਦਾ ਹੋ ਰਹੀ ਹੈਗੀ, ਉਸ ਨੂੰ ਕਿਹਾ ਜਾਂਦਾ ਪੋਲੀਟੀਕਲ ਡੀਕੇ ਦਾ, ਠੀਕ ਹੈ ਜੀ। ਜਿਹੜਾ ਡੀਕੇ ਦਾ ਕਨਸੈਪਟ ਹੈ ਇਹ ਹੰਟਿੰਗਟਨ ਵੱਲੋਂ ਆ, ਯਾਦ ਰੱਖਣੇ ਜੀ। ਚਲੋ ਨੈਕਸਟ ਚੱਲਦੇ ਹਾਂ ਜੀ। ਨੈਕਸਟ ਇਹ ਵੀ ਜਿਹੜਾ ਫੇਮਸ ਹੈਗਾ ਇਹ ਹੈਗਾ ਜੀ ਰਿਕਸ ਦਾ, ਫਰੈਡਰਿਕ W ਰਿਕਸ ਕਿਹਾ ਜਾਂਦਾ ਜੀ ਇਹਨੂੰ, ਠੀਕ ਹੈ। ਇਹਨੇ ਜਿਹੜੀ ਆਪਣਾ ਇਹ ਮੋਡਲ ਦਿੱਤਾ ਸੀਗਾ
ਪੋਲੀਟੀਕਲ ਡਿਵੈਲਪਮੈਂਟ ਦਾ ਇਹਨੇ ਜਿਹੜੀ ਲੂਇਸਨ ਪਾਈ ਦਾ ਸੀ ECD ਮੋਡਲ ਇਕੁਇਟੀ ਕਪੈਸਿਟੀ ਐਂਡ ਡਿਫਰੈਂਸ਼ੀਏਸ਼ਨ, ਉਸ ਦਾ ਇਹਨੇ ਆਲੋਚਨਾ ਕਰਕੇ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਸੀਗਾ। ਲੂਇਸਨ ਪਾਈ ਨੇ ਦਿੱਤਾ ਸੀ ਜਿਹੜਾ ਇਹਨਾਂ ਕਿਹਾ ਸੀ ਵੀ ਤਿੰਨਾਂ 'ਚ ਬੈਲੈਂਸ ਹੋਣਾ ਚਾਹੀਦਾ, ਇਕੁਇਟੀ ਹੋ ਗਈ, ਕਪੈਸਿਟੀ ਹੋ ਗਈ ਅਤੇ ਜਿਹੜਾ ਡਿਫਰੈਂਸ਼ੀਏਸ਼ਨ ਆ, ਜੇ ਤਿੰਨੇ ਇੱਕ ਬੈਲੈਂਸ 'ਚ ਕੰਮ ਕਰਨਗੀਆਂ ਤਾਂ ਜਿਹੜਾ ਪੋਲੀਟੀਕਲ ਡਿਵੈਲਪਮੈਂਟ ਆ ਇੱਕ ਚੰਗੀ ਤਰ੍ਹਾਂ ਨਾਲ ਹੋਊਗਾ। ਪਰ ਜਿਹੜਾ ਰਿਗਸ ਤੇ ਉਹਨੇ ਕੀ ਕਿਹਾ ਸੀ, ਜਿਹੜਾ ਇਕੁਇਟੀ ਹੁੰਦੀ ਹੈ ਅਤੇ ਕਪੈਸਿਟੀ ਹੁੰਦੀ ਹੈਗੀ, ਜਿਹੜਾ ਡਿਫਰੈਂਸ਼ੀਏਸ਼ਨ ਹੁੰਦਾ ਇਸ 'ਤੇ ਟਿਕੀ ਹੁੰਦੀ ਹੈਗੀ। ਜੇ ਡੀ ਵੱਲੋਂ ਜਾਂ ਡਿਫਰੈਂਸ਼ੀਏਸ਼ਨ ਵੱਲੋਂ ਮਾੜਾ ਜਿਹਾ ਵੀ ਬੈਲੈਂਸ ਇੱਧਰ ਉੱਧਰ ਹੁੰਦਾ ਗਾ ਇਹਨਾਂ ਦਾ, ਤਾਂ ਜਿਹੜਾ ਇੱਕ ਟਰੈਪ 'ਚ ਫਸ ਜਾਂਦੀ ਹੈ ਪੋਲੀਟੀਕਲ ਡਿਵੈਲਪਮੈਂਟ, ਵਿਕਾਸ ਨਹੀਂ ਫਸਦੀ, ਇੱਕ ਜਾਲ 'ਚ ਫਸ ਜਾਂਦੀ ਹੈ। ਜਿਹੜਾ ਇਹਨੂੰ ਕੀ ਕਿਹਾ ਸੀ, ਜੇ ਇਹਨੇ ਪੋਲੀਟੀਕਲ ਦੀ ਲੈਂਗੁਏਜ ਦੇ ਵਿੱਚ ਇਹਨੇ ਕੀ ਕਿਹਾ ਸੀ, ਉਹਨੂੰ ਡਿਵੈਲਪਮੈਂਟ ਟਰੈਪ ਕਿਹਾ ਸੀਗਾ। ਇੱਕ ਮਿੰਟ, ਹਾਂਜੀ, ਜਦ ਇਕੁਇਟੀ ਹੁੰਦੀ ਹੈ, ਜਿਹੜੀ ਸਮਾਨਤਾ ਹੁੰਦੀ ਹੈ, ਅਤੇ ਕਪੈਸਿਟੀ ਹੁੰਦੀ ਹੈਗੀ, ਜਿਹੜੀ ਕੰਮ ਦੀ ਸ਼ਮਤਾ ਹੁੰਦੀ ਹੈ ਕੈਪੈਸਿਟੀ, ਡਿਫਰੈਂਸ਼ੀਏਸ਼ਨ ਇਹਦਾ ਸਹੀ ਤਰੀਕੇ ਨਾਲ ਬੈਲੈਂਸ ਨਹੀਂ ਬਣਾ ਸਕਦਾ, ਉੱਪਰਲਿਆਂ ਦਾ ਬੈਲੈਂਸ ਵੱਧ ਘੱਟ ਹੋ ਜਾਂਦਾ ਗਾ, ਤਾਂ ਜੀ ਇਹ ਇੱਕ ਟਰੈਪ 'ਚ ਫਸ ਜਾਂਦੀ ਹੈ। ਜਿਹੜੀ ਪੋਲੀਟੀਕਲ ਹੁੰਦੀ ਹੈਗੀ ਉਹਨੂੰ ਕੀ ਕਿਹਾ ਜਾਂਦਾ ਗਾ, ਡਿਵੈਲਪਮੈਂਟ ਟਰੈਪ ਕਿਹਾ ਜਾਂਦਾ। ਠੀਕ ਹੈ, ਇਹਦੇ ਵਿੱਚ ਕਿਉਂ ਜਿਹਨੇ ਬਹੁਤ ਜ਼ਿਆਦਾ ਪ੍ਰੈਫਰੈਂਸ ਦਿੱਤੀ ਸੀ, ਵੈਲਿਊ ਦਿੱਤੀ ਸੀਗੀ ਡਿਵੈਲਪਮੈਂਟ ਨੂੰ, ਦਿੱਤੀ ਸੀ ਡਿਫਰੈਂਸ਼ੀਏਸ਼ਨ ਨੂੰ, ਵੀ ਜਿੰਨਾ ਡਿਫਰੈਂਸ਼ੀਏਸ਼ਨ 'ਚ ਬੈਲੈਂਸ ਹੋਊਗਾ ਪੋਲਿਸੀ ਹੈ ਜਿਹੜੀ ਪੋਲੀਟੀਕਲ ਉਨੀ ਚੰਗੇ ਤਰੀਕੇ ਨਾਲ ਵਰਕ ਕਰੂਗੀ। ਜੇ ਇਹਦਾ ਬੈਲੈਂਸ ਮਾੜਾ ਜਿਹਾ ਵੀ ਇੱਧਰ ਉੱਧਰ ਹੁੰਦਾ ਗਾ, ਚੇਂਜ ਹੁੰਦਾ ਗਾ, ਤਾਂ ਜਿਹੜੀ ਸਾਰੀ ਵੈਲਿਊਸ ਨੇਗੇ, ਸਾਰੀਆਂ ਪੋਲਿਸੀਜ਼ ਨੇ, ਉਹਨਾਂ ਦਾ ਜਿਹੜਾ ਬੈਲੈਂਸ ਚੇਂਜ ਹੋ ਜੂਗਾ। ਇੰਨੀ ਕਿਸੇ ਚੀਜ਼ ਦੀ ਇੰਪੋਰਟੈਂਟ ਆ, ਪਰ ਇਹ ਯਾਦ ਰੱਖਣਾ। ਨੈਕਸਟ ਚੱਲਦੇ ਜੀ, ਇਹ ਅੱਜ ਦਾ ਆਪਣਾ ਲਾਸਟ ਡੇ ਹੈਗਾ। ਆਪਾਂ ਨੇ 5 ਕਰ ਲਏ, ਤੋਂ ਪਹਿਲਾਂ ਇਹ ਆਪਣਾ 6 ਨੰਬਰ ਦਾ ਥਿੰਕਰ ਹੈ ਜੀ, ਇਹ ਹੈਗਾ ਜੀ ਕੈਨੇਥ ਔਰਗੈਂਸਕੀ। ਠੀਕ ਹੈ ਜੀ, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ, ਇਹਨੇ ਕੀ ਦਿੱਤੇ ਨੇ, ਸਟੇਜਸ ਦਿੱਤੀਆਂ ਸੀ ਜੀ। ਇਹਦੀ ਥਿਊਰੀ ਨੂੰ ਵੀ ਸਟੇਜਸ ਕਿਹਾ ਜਾਂਦਾ ਗਾ। ਇਹਦੇ 4 ਸਟੇਜਸ ਦਿੱਤੇ ਇਹਦੇ ਪੋਲੀਟੀਕਲ ਡਿਵੈਲਪਮੈਂਟ ਦੀਆਂ। ਇਹਦੀ ਜਿਹੜੀ ਫੇਮਸ ਹੈਗੀ ਬੁੱਕ, ਉਹਦਾ ਨਾਮ ਹੈਗਾ ਸਟੇਜਸ ਆਫ ਪੋਲੀਟੀਕਲ ਡਿਵੈਲਪਮੈਂਟ। ਠੀਕ ਹੈ, 1965 ਵਿੱਚ ਆਈ ਸੀ ਜੀ, ਸਟੇਜਸ ਆਫ ਪੋਲੀਟੀਕਲ ਡਿਵੈਲਪਮੈਂਟ। ਇਹਨੇ ਕਿੰਨੀਆਂ ਸਟੇਜਸ ਦਿੱਤੀਆਂ ਜੀ ਪੋਲੀਟੀਕਲ ਡਿਵੈਲਪਮੈਂਟ ਦੀਆਂ, 4 ਸਟੇਜਾਂ ਦਿੱਤੀਆਂ ਸੀ। ਫਸਟ ਹੈਗੇ ਜੀ, ਉਹ ਹੈਗੇ ਜੀ ਪੋਲੀਟੀਕਲ ਯੂਨੀਫਿਕੇਸ਼ਨ। ਇਹਦੇ ਵਿੱਚ ਯੂਨੀਫਿਕੇਸ਼ਨ 'ਚ ਕੀ ਹੁੰਦਾ ਵੀ ਲੋਕ ਆਪਸ ਵਿੱਚ ਯੂਨੀਕ ਹੋ ਕੇ ਰਹਿੰਦੇ ਨੇ, ਏਕਤਾ ਵਿੱਚ ਵੱਜ ਕੇ ਰਹਿੰਦੇ ਨੇਗੇ। ਅਤੇ ਨੈਕਸਟ ਹੈਗਾ ਜੀ ਇੰਡਸਟਰੀਲਾਈਜੇਸ਼ਨ, ਜਦੋਂ ਉਹ ਆਪਸ ਵਿੱਚ ਰਲ ਮਿਲ ਕੇ ਰਹਿਣਗੇ, ਉਹਨਾਂ ਦੀ ਜਿਹੜੀਆਂ ਲੋੜਾਂ ਨੇਗੀਆਂ ਹੌਲੀ ਹੌਲੀ ਉਹ ਵੱਧਦੇ ਰਹਿਣਗੇ, ਉਹਨਾਂ ਦੀ ਜਨਸੰਖਿਆ ਵਧੂਗੀ ਕੁਛ ਸਾਲਾਂ ਬਾਅਦ, ਤਾਂ ਉਹਨਾਂ ਦੀ ਜਿਹੜਾ ਆਪਣੇ ਲਵੇ ਦੀਆਂ ਚੀਜ਼ਾਂ 'ਤੇ ਉਹਨਾਂ ਤੋਂ ਉਹਨਾਂ ਦੀਆਂ ਬੇਸਿਕ ਜ਼ਰੂਰਤਾਂ ਪੂਰੀਆਂ ਨਹੀਂ ਹੋਣਗੀਆਂ, ਤਾਂ ਉਹਨਾਂ ਨੂੰ ਛੋਟੇ ਛੋਟੇ ਉਦਯੋਗਾਂ ਦੀ ਥਾਂ 'ਤੇ ਹੁਣ ਵੱਡੇ ਉਦਯੋਗ ਲਗਾਉਣੇ ਪੈ ਜਾਣਗੇ ਜੀ, ਜਿੱਥੇ ਆਪਣੇ ਆਪ ਨੂੰ ਜਿਹੜਾ ਇੰਡਸਟਰੀਲਾਈਜੇਸ਼ਨ ਕਰਨਾ ਪਊਗਾ ਆਪਣੇ ਏਰੀਏ ਦੇ, ਇੱਥੇ ਵੱਡੀਆਂ ਵੱਡੀਆਂ ਫੈਕਟਰੀਆਂ ਲਗਾਉਣੀਆਂ ਪੈਣਗੀਆਂ ਆਪਣੀ ਜ਼ਰੂਰਤਾਂ ਦੀ ਪੂਰਤੀ ਲਈ। ਨੈਕਸਟ ਆ ਜਾਊ ਜੀ ਵੈਲਫੇਅਰ ਸਟੇਟ। ਹੁਣ ਇਸ ਤੋਂ ਬਾਅਦ ਕੀ ਆਊਗਾ ਜੀ, ਵੀ ਉਹ ਜਿਹੜੇ ਇੰਡਸਟਰੀਲਾਈਜੇਸ਼ਨ ਹੋਊਗਾ, ਉਹ ਕੁਛ ਲੋਕ ਜਿਹੜੇ ਜ਼ਿਆਦਾ ਅਮੀਰ ਹੋਣਗੇ, ਪਰ ਉੱਥੋਂ ਦੇ ਜਿਹੜੇ ਛੋਟੇ ਲੋਕ ਹੋਣਗੇ ਉਹਨਾਂ ਦੇ ਵੈਲਫੇਅਰ ਦੇ ਲਈ ਵੀ ਉਹ ਪਾਲਿਸੀਜ਼ ਲੈ ਕੇ ਆਉਣਗੇ, ਗੌਰਮੈਂਟ ਵੱਲੋਂ ਆਮ ਲੋਕਾਂ ਦੇ ਭਲੇ ਲਈ ਵੀ ਕੰਮ ਕੀਤੇ ਜਾਣਗੇ। ਅਤੇ ਨੈਕਸਟ ਹੈਗਾ ਜੀ ਇਨਫਲੂਐਂਸ ਕਿਹਾ ਜਾਂਦਾ, ਜਾਂ ਇਹਨੂੰ ਅਵੰਡਨ ਕਹਿੰਦੇ ਨੇਗੇ। ਠੀਕ ਹੈ ਜੀ, ਦੋਹੇ ਕੁਛ ਵੀ ਕਹਿ ਸਕਦੇ ਹੋ, ਦੋਹਾਂ 'ਚੋਂ ਦੋ ਹੀ ਚੱਲ ਜਾਣਗੇ। ਪਹਿਲਾਂ ਇਨਫਲੂਐਂਸ ਕਰਨਾ ਵੀ ਲੋਕਾਂ ਨੂੰ ਜਿਹੜੀਆਂ ਪਾਲਿਸੀਜ਼ ਨੇ ਇਨਫਲੂਐਂਸ ਕਰਦੇ ਹਨ, ਜਾਂ ਅਵੰਡਨ, ਇਹਦੇ ਵਿੱਚ ਕੀ ਆ ਜਾਂਦਾ ਜੀ, ਗੌਰਮੈਂਟ ਵੱਲੋਂ ਜਿਹੜੀ ਕੋਈ ਵੀ ਸਾਧਨ ਜਿਹੜਾ ਹੱਦ ਨਾਲੋਂ ਵੱਧ ਵਿਕਸਿਤ ਹੋ ਜਾਂਦਾ ਗਾ, ਅਤੇ ਜਿਹਦੇ ਲਵੇ ਉਹ ਚੀਜ਼ ਨਹੀਂ ਹੁੰਦੀ ਤਾਂ ਉਹਨੂੰ ਉਹ ਪ੍ਰੋਵਾਈਡ ਕਰਾਈ ਜਾਂਦੀ, ਉਹ ਸਹੂਲਤ ਆਮ ਜਨਤਾ ਤੱਕ ਉਹ ਲੈ ਕੇ ਆਈ ਜਾਂਦੀ ਆ, ਉਹਨੂੰ ਕੀ ਕਿਹਾ ਜਾਂਦਾ ਜੀ, ਅਵੰਡਨ। ਯਾਦ ਰੱਖਣਾ ਜਿਹੜੇ ਇਹ ਡਿਵੈਲਪਮੈਂਟ ਇਹ ਇੰਡੀਪੈਂਡੈਂਟ ਹੋਣਾ, ਇਹਦੇ ਵਿੱਚ ਜਿਹੜਾ ਕੰਟਰੀ ਆ ਉਹਦਾ ਕਿਸੇ 'ਤੇ ਡਿਪੈਂਡੈਂਟ ਹੋਣਾ ਜ਼ਰੂਰੀ ਨਹੀਂ ਹੈਗਾ। ਜਿਵੇਂ ਕਲੋਨੀਲਾਈਜੇਸ਼ਨ ਤੀ ਉਹ ਖ਼ਤਮ ਕਰਕੇ, ਜਿਵੇਂ ਭਾਰਤ ਇੰਡੀਪੈਂਡੈਂਸ ਹੋਇਆ ਤੀ, ਇੱਕ ਆਜ਼ਾਦ ਦੇਸ਼ ਵਿੱਚ ਇਹ ਜਿਹੜੇ 4 ਸਟੇਜਸ ਵਰਕ ਕਰਨਗੇ ਜੀ। ਆਜ਼ਾਦ ਹੋਣਾ ਕੰਟਰੀ ਦਾ ਜ਼ਰੂਰੀ ਹੈ ਇਹਦੇ ਵਿੱਚ। ਫਸਟ ਹੈਗੀ ਸੀ ਜੀ ਯੂਨੀਫਿਕੇਸ਼ਨ, ਇੰਡਸਟਰੀਲਾਈਜੇਸ਼ਨ, ਵੈਲਫੇਅਰ ਅਤੇ ਅਵੰਡਨ। ਯਾਦ ਰੱਖਣਾ ਜੀ, ਯੂਨੀਫਿਕੇਸ਼ਨ, ਇੰਡਸਟਰੀਲਾਈਜੇਸ਼ਨ, ਵੈਲਫੇਅਰ ਅਤੇ ਅਵੰਡਨ। ਇਹ ਵੀ ਇੱਕ ਲਾਈਨ 'ਚ ਯਾਦ ਕਰਨੇ ਨੇ ਜੀ, ਅੱਗੇ ਪਿੱਛੇ ਯਾਦ ਨਹੀਂ ਕਰਨੇ ਹੈਗੇ। ਹਾਂਜੀ, ਇਹ ਮੈਂ ਤੁਹਾਨੂੰ ਅੱਜ ਜਿਹੜੇ ਕਰਾਏ ਨੇ, ਫਸਟ ਕਰਾਇਆ ਡੇਵਿਡ ਐਪਟਰ, ਫਿਰ ਸ਼ਿਲਸ ਕਰਾਇਆ, ਪਾਈ ਕਰਾਇਆ, ਹਟਿੰਗਟਨ, ਰਿਗਸ ਅਤੇ ਔਰਗੈਂਸਕੀ। 6 ਥਿੰਕਰ ਕਰਾਏ ਨੇ ਜੀ, 6 ਇੰਪੋਰਟੈਂਟ ਨੇ। ਇਸ ਤੋਂ ਤੁਹਾਨੂੰ ਇੱਕ ਕੁਐਸਚਨ ਪੱਕਾ ਦੇਖਣ ਨੂੰ ਮਿਲੂਗਾ ਜੀ। ਠੀਕ ਹੈ, ਇਹਦੇ ਵਿੱਚ ਜਿਹੜਾ ਆਪਾਂ ਨੂੰ ਪਤਾ ਵੀ ECD ਮੋਡਲ ਤੇ ਲੂਇਸਨ ਪਾਈ ਦਾ, ਜਿਹੜਾ DK ਹੈ ਸਾਰਿਆਂ ਤੋਂ ਵੱਧ ਮੇਨ DK ਕਿਹਦੇ ਵੱਲੋਂ ਦਿੱਤਾ ਗਿਆ ਸੀ, ਪੋਲੀਟੀਕਲ DK ਇਹ ਹਟਿੰਗਟਨ ਵੱਲੋਂ ਦਿੱਤਾ ਗਿਆ ਸੀ। ਜਿਹੜਾ ਡਿਵੈਲਪਮੈਂਟ ਟਰੈਪ ਆ ਜੀ,
ਵੀ ਇੱਕ ਜਾਲ ਆ ਜਿਹੜਾ ਡਿਵੈਲਪਮੈਂਟ ਦੇ ਟਰੈਪ 'ਚ ਫਸ ਜਾਂਦੀ ਹੈਗੀ ਰਾਜਨੀਤੀ, ਉਹਨੂੰ ਕੀ ਕਿਹਾ ਇਹ ਓਰਿਕਸ ਨੇ ਦਿੱਤਾ ਹੋਇਆ ਸੀਗਾ। ਠੀਕ ਹੈ, ਇੱਕ ਵਾਰੀ ਮੈਂ ਤੁਹਾਨੂੰ ਦੁਬਾਰਾ ਫਿਰ ਵੀ ਰਿਪੀਟ ਕਰਾ ਦਿੰਦੀ ਹਾਂ ਸਾਰਾ ਮੇਨ ਜਿਹਾ। ਹਾਂਜੀ, ਰੈਪਿਡ ਫਾਇਰ ਹੋਊਗਾ, ਜਲਦੀ ਕਰਾਉਂਗੀ ਮੈਂ, ਜ਼ਿਆਦਾ ਤੁਹਾਨੂੰ ਐਕਸਪਲੇਨ ਨਹੀਂ ਕਰੂੰਗਾ। ਇਹ ਹੈਗਾ ਡੇਵਿਡ ਐਪਟਰ ਦਾ। ਇਹ ਫਸਟ ਥਿੰਕਰ ਸੀ ਜੀ ਜਿਹਨੇ ਪੋਲੀਟੀਕਲ ਮੋਡਰਨਾਈਜੇਸ਼ਨ ਦੀ ਇੱਕ ਡਿਫਾਈਨ ਪਰਿਭਾਸ਼ਾ ਦਿੱਤੀ ਸੀ। ਇਸ ਦੀਆਂ 4 ਸਟੇਜਸ ਤੀਆਂ। ਫਸਟ ਹੈਗੇ ਆ ਕੰਟੈਕਟ ਐਂਡ ਕੰਟਰੋਲ, ਰਿਐਕਸ਼ਨ ਐਂਡ ਕਾਂਟਰਾ ਰਿਐਕਸ਼ਨ, ਕਾਂਟਰਾਡਿਕਸ਼ਨ ਐਂਡ ਰਿਐਕਸ਼ਨ, ਅਤੇ ਲਾਸਟ ਹੈਗੀ ਆ ਜੀ ਸਰਚ ਫॉर ਏ ਨਿਊ ਜਨਰੇਸ਼ਨ ਸੋਲਿਊਸ਼ਨ। ਹਾਂਜੀ, ਨੈਕਸਟ ਹੈਗਾ ਜੀ ਐਡਵਰਸ਼ੀਲਡ। ਐਡਵਰਸ਼ੀਲਸ ਜਿਹਨੇ ਪੋਲੀਟੀਕਲ ਸਿਸਟਮ ਦੀਆਂ 5 ਸਟੇਜਸ ਦਿੱਤੀਆਂ ਦੀਆਂ। ਪਹਿਲੀਆਂ 2 ਨੇ ਉਹ ਡੈਮੋਕ੍ਰੇਸੀ ਬੇਸ ਨੇ, ਜਿਹੜੀਆਂ ਲਾਸਟ 3 ਨੇ ਉਹ ਓਲੀਗਾਰਕੀ ਦੇ ਬੇਸ ਨੇਗੀਆਂ। ਠੀਕ ਹੈ, ਫਸਟ ਹੈਗੇ ਪੋਲੀਟੀਕਲ ਡਿਵੈਲਪਮੈਂਟ, ਸੈਕਿੰਡ ਹੈਗੇ ਪੋਲੀਟੀਕਲ ਡੈਮੋਕ੍ਰੇਸੀ, ਸੈਕਿੰਡ ਹੈਗੀ ਹੈ ਟੂਟੈਲਰੀ ਡੈਮੋਕ੍ਰੇਸੀ, ਥਰਡ ਹੈਗੇ ਆ ਮੋਡਰਨਾਈਜੇਸ਼ਨ ਓਲੀਗਾਰਕੀ, ਫੋਰਥ ਹੈਗੇ ਆ ਟੋਟੋਲੀਰਾਈਜੇਸ਼ਨ। ਇਹ ਥੋੜ੍ਹਾ ਜਿਹਾ ਨੇਮ ਬੋਲਣਾ ਔਖਾ ਲੱਗਦਾ ਜੀ। ਟੋਟੋਲਾਈਜੇਸ਼ਨ, ਓਲੀਗਾਰਕੀ, ਅਤੇ ਲਾਸਟ ਹੈਗੇ ਆ ਜੀ ਜਿਹੜੀ ਟਰਡੀਸ਼ਨਲ ਬੇਸ 'ਤੇ ਓਲੀਗਾਰਕੀ ਆ। ਠੀਕ ਹੈ, 5 ਨੇ ਇਹ ਯਾਦ ਰੱਖਣਾ। ਨੈਕਸਟ ਹੈਗਾ ਜੀ ਲੂਸਨ ਪਾਈ। ਇੱਥੇ ਇੰਨਾ ਇੰਪੋਰਟੈਂਟ ਹੈ ਨਹੀਂ ਗਾ, ਬਸ ਇੰਨਾ ਯਾਦ ਰੱਖਣਾ ਵੀ ਸਭ ਤੋਂ ਪਹਿਲਾਂ ਜਿਹੜੇ ਪੋਲੀਟੀਕਲ ਡਿਵੈਲਪਮੈਂਟ ਪੋਲੀਟੀਕਲ ਦੇ ਉਹਦੇ ਵਿੱਚ ਆਇਆ ਸੀਗਾ, ਸਬਜੈਕਟ ਵਿੱਚ ਆਇਆ ਸੀਗਾ, ਉਹਨੂੰ ਇੱਕ ਡਿਫਾਈਨ ਪਰਿਭਾਸ਼ਾ ਲੂਇਸਨ ਪਾਈ ਵੱਲੋਂ ਦਿੱਤੀ ਗਈ ਸੀ। ਜਿਹੜੀ ਮੋਡਰਨਾਈਜੇਸ਼ਨ ਦੀ ਦਿੱਤੀ ਸੀ ਉਹ ਐਪਟਰ ਵੱਲੋਂ ਦਿੱਤੀ ਗਈ ਸੀ। ਜਿਹੜੀ ਪੋਲੀਟੀਕਲ ਡਿਵੈਲਪਮੈਂਟ ਦੀ ਦਿੱਤੀ ਸੀ ਉਹ ਲੂਇਸਨ ਪਾਈ ਵੱਲੋਂ ਦਿੱਤੀ ਗਈ ਸੀ। ਠੀਕ ਹੈ, ਲੂਇਸਨ ਪਾਈ ਦੀ ਜਿਹੜੀ ਬੁੱਕ ਹੈ ਇੰਪੋਰਟੈਂਟ ਆ ਜੀ। ਐਸਪੈਕਟ ਆਫ ਪੋਲੀਟੀਕਲ ਡਿਵੈਲਪਮੈਂਟ, ਇਸ ਐਸਪੈਕਟ ਵਿੱਚ ਇਹਨੇ 3 ਤਰੀਕੇ ਦੇ ਜਿਹੜੇ ਐਸਪੈਕਟ ਦਿੱਤੇ ਸੀਗੇ। ਫਸਟ ਹੈਗਾ ਜੀ ਇਕੁਇਟੀ, ਫਿਰ ਕਪੈਸਿਟੀ, ਫਿਰ ਉਸ ਤੋਂ ਬਾਅਦ ਹੈਗਾ ਡਿਫਰੈਂਸ਼ੀਏਸ਼ਨ। ਇਸ ਬੁੱਕ ਵਿੱਚ ਅੱਗੇ ਨੇ 6 ਕ੍ਰਾਈਸਿਸ ਦਿੱਤੇ ਸੀ ਜੀ ਇੰਗਲੈਂਡ ਕੰਟਰੀ ਨਾਲ ਮੇਲ। ਇੰਗਲੈਂਡ ਦੀ ਕੰਟਰੀ ਹੈ ਜਿਹੜੀ, ਉੱਥੇ ਉਹਨੇ ਸਾਰਾ ਸਰਚ ਕਰਕੇ ਵੀ ਲੋਕਾਂ ਦੀ ਜਿਹੜੀ ਪੋਲਿਸੀਜ਼ ਕਿਵੇਂ ਨੇਗੇ, ਗੌਰਮੈਂਟ ਕਿਵੇਂ ਵਰਕ ਕਰ ਰਹੀ ਹੈ, ਸੇ ਤਰੀਕੇ ਦੇ ਜਿਹੜੇ ਉਹਨੇ ਕ੍ਰਾਈਸਿਸ ਦਿੱਤੇ ਸੀ। ਫਸਟ ਹੈਗਾ ਜੀ ਆਈਡੈਂਟੀ ਦੇ ਬੇਸ 'ਤੇ ਤੀ, ਦੂਸਰਾ ਲੈਜੀਟੀਮੇਸੀ 'ਤੇ, ਥਰਡ ਹੈਗਾ ਜਿਹੜਾ ਪੈਨੀਟ੍ਰੇਸ਼ਨ, ਪਾਰਟੀਸਪੇਸ਼ਨ, ਯੂਨੀਫਿਕੇਸ਼ਨ, ਉਸ ਤੋਂ ਬਾਅਦ ਹੈਗਾ ਸੀ ਜੀ ਡਿਸਟ੍ਰੀਬਿਊਸ਼ਨ। ਠੀਕ ਹੈ, ਇਹਨੂੰ ਕੀ ਕਿਹਾ ਜਾਂਦਾ ਆਈ ਲਵ ਪਾਨੀਪੂਰੀ ਯੂ ਡੂ ਫਾਰਮੂਲਾ। ਨੈਕਸਟ ਚੱਲਦੇ, ਨੈਕਸਟ ਹੈਗਾ ਜੀ ਹਟਿੰਗਟਨ ਦਾ ਸੀ ਜੀ। ਇਹਦੀ ਬੁੱਕ ਹੈਗਾ ਜੀ ਪੋਲੀਟੀਕਲ ਡਿਵੈਲਪਮੈਂਟ, ਪੋਲੀਟੀਕਲ ਡੀਕੇ। ਇਸ ਵਿੱਚ ਕੀ 'ਤੇ ਜ਼ੋਰ ਦਿੱਤਾ ਗਿਆ ਜੀ ਇੰਸਟੀਟਿਊਸ਼ਨ 'ਤੇ ਬੇਸ ਦਿੱਤਾ ਗਿਆ ਸੀ। ਸਭ ਤੋਂ ਵੱਧ ਜ਼ੋਰ ਕਿਤੇ ਦਿੱਤਾ ਗਿਆ ਇੰਸਟੀਟਿਊਸ਼ਨਲਾਈਜੇਸ਼ਨ 'ਤੇ ਦਿੱਤਾ ਗਿਆ ਸੀ ਵੀ ਜਿਸ ਏਰੀਏ 'ਚ ਜਿਸ ਕੰਟਰੀ 'ਚ ਜਿੰਨੇ ਜ਼ਿਆਦਾ ਇੰਡਸਟਰੀਆਂ ਹੋਣਗੇ, ਜਿੰਨਾ ਜ਼ਿਆਦਾ ਇੰਸਟੀਟਿਊਸ਼ਨ ਵਧੀਆ ਹੋਊਗਾ, ਜ਼ਿਆਦਾ ਇੰਸਟੀਟਿਊਸ਼ਨ ਹੋਣਗੇ, ਉੱਥੇ ਜਿਹੜਾ ਉਹਦਾ ਪੋਜ਼ੀਟਿਵ ਪ੍ਰਭਾਵ ਪਊਗਾ ਅਤੇ ਉੱਥੇ ਜਿਹੜਾ ਪੋਲੀਟੀਕਲ ਡਿਵੈਲਪਮੈਂਟ ਹੋਊਗਾ। ਅਤੇ ਜਿੱਥੇ ਜਿੰਨੇ ਜ਼ਿਆਦਾ ਜਿਹੜੇ ਇੰਸਟੀਟਿਊਸ਼ਨ ਘੱਟ ਹੋਣਗੇ, ਸੰਸਥਾਵਾਂ ਘੱਟ ਹੋਣਗੀਆਂ ਗੌਰਮੈਂਟ ਦੀਆਂ, ਉੱਥੇ ਕੀ ਹੋਊਗਾ ਨੈਗੇਟਿਵ ਪ੍ਰਭਾਵ ਹੋਊਗਾ, ਉੱਥੇ ਇੱਕ ਸੜਨ ਪੈਦਾ ਹੋ ਜੂਗੀ। ਪੋਲੀਟੀਕਲ ਵਿੱਚ ਜਿਹਨੂੰ ਕੀ ਕਿਹਾ ਜਾਂਦਾ ਹੈ ਪੋਲੀਟੀਕਲ ਡੀਕੇ ਕਿਹਾ ਗਿਆ ਗਾ। ਨੈਕਸਟ ਹੈ ਜੀ ਇਹ ਰੀਕਸ ਦਾ ਗਾ। ਰੀਕਸ ਦਾ ਫਾਰਮੂਲਾ ਹੈਗਾ ਜਿਹੜਾ ਹੈ ਲੂਇਸਨ ਪਾਈ ਦੀ ਆਲੋਚਨਾ ਕਰਕੇ ਉਸੇ ਦਿਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀ। ਠੀਕ ਹੈ, ਲੂਇਸਨ ਪਾਈ ਨੇ ਜਿਹੜਾ ਇਕੁਇਟੀ, ਕਪੈਸਿਟੀ ਅਤੇ ਡਿਫਰੈਂਸ਼ੀਏਸ਼ਨ ਦਿੱਤਾ ਸੀ ਜੀ, ਉਸ ਨੂੰ ਇਹਨੇ ਤੋੜ ਕੇ ਕੀ ਕੀਤਾ ਸੀ ਡੀ ਨੂੰ ਇਹਨੇ ਇੱਥੇ ਲੈ ਕੇ ਆਉਂਦਾ ਸੀ ਅਤੇ ਉੱਪਰਲੇ ਦੋਹਾਂ ਦਾ ਬੈਲੈਂਸ ਬਣਾਤਾ ਸੀ ਡੀ 'ਤੇ। ਜੇ ਡਿਫਰੈਂਸ਼ੀਏਸ਼ਨ ਵਿੱਚ ਥੋੜ੍ਹਾ ਜਿਹਾ ਵੀ ਬੈਲੈਂਸ ਇਹਦਾ ਹੱਲ ਦਾ ਗਾ, ਇਹਨਾਂ ਦੀ ਸਿਚੁਏਸ਼ਨ ਆਪਣੇ ਆਪ ਚੇਂਜ ਹੋ ਜਾਵੇਗੀ। ਇਸ ਨਾਲ ਜਿਹੜਾ ਰਾਜਨੀਤੀ ਹੈਗੀ ਇੱਕ ਟਰੈਪ ਵਿੱਚ ਫਸ ਜੂਗੀ, ਜਿਹਨੂੰ ਜਾਲ ਕਿਹਾ ਜਾਂਦਾ ਵੀ ਇੱਕ ਜਾਲ ਦੇ ਵਿੱਚ ਫਸ ਜੂਗੀ। ਉਸ ਦਾ ਨੇਮ ਇਹਨੇ ਕੀ ਦਿੱਤਾ ਸੀ ਜੀ ਪੋਲੀਟੀਕਲ ਡਿਵੈਲਪਮੈਂਟ ਟਰੈਪ, ਜਾਂ ਇਕੱਲਾ ਡਿਵੈਲਪਮੈਂਟ ਟਰੈਪ ਵੀ ਕਹਿ ਜਾਂਦੇ ਨੇ ਇਹਨੂੰ। ਨੈਕਸਟ ਹੈਗਾ ਜੀ ਉਹ ਹੈਗਾ ਕੈਨੇਥ ਔਰਗੈਂਸਕੀ। ਇਹਦੇ ਵੱਲੋਂ ਸਟੇਜਸ ਦਿੱਤੀਆਂ ਗਈਆਂ ਜੀ। ਇਹਦੀ ਥਿਊਰੀ ਦਾ ਨਾਮ ਵੀ ਸਟੇਜਸ ਹੀ ਹੈ, ਸਟੇਜਸ ਆਫ ਪੋਲੀਟੀਕਲ ਡਿਵੈਲਪਮੈਂਟ। ਇਹਦੇ ਵੱਲੋਂ 4 ਸਟੇਜਸ ਤੀਆਂ ਜੀ। ਪਹਿਲੀ ਹੈਗੀ ਤੀ ਯੂਨੀਫਿਕੇਸ਼ਨ, ਇੰਡਸਟਰੀਲਾਈਜੇਸ਼ਨ, ਵੈਲਫੇਅਰ, ਅਤੇ ਉਸ ਤੋਂ ਬਾਅਦ ਹੈਗਾ ਸੀ ਅਬੰਡਨ। ਠੀਕ ਹੈ ਜੀ, ਅੱਜ ਲਈ ਇੰਨਾ ਸੀ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਜ਼ਰੂਰ ਕਰਕੇ ਜਾਓ, ਕਮੈਂਟ ਕਰਕੇ ਦੱਸਿਓ ਵੀ ਵੀਡੀਓ ਤੁਹਾਨੂੰ ਕਹੀ ਜਿਹੀ ਲੱਗੀ। ਚਲੋ ਜੀ ਮਿਲਦੇ ਹਾਂ ਜੀ ਫਿਰ ਇੱਕ ਨਵੀਂ ਵੀਡੀਓ ਦੇ ਨਾਲ। ਹਾਂਜੀ, ਇੱਕ ਹੋਰ ਗੱਲ ਕਰਨੀ ਸੀ ਵੀ ਵੀਡੀਓ ਪਲੀਜ਼ ਤੁਹਾਨੂੰ ਵਧੀਆ ਤਾਂ ਲੱਗ ਰਿਹਾ, ਤੁਸੀਂ ਦੇਖ ਵੀ ਬਹੁਤ ਰਹੇ, ਨਾ ਤਾਂ ਤੁਸੀਂ ਲਾਈਕ ਕਰਕੇ ਜਾ ਰਹੇ ਹੋ, ਨਾ ਹੀ ਤੁਸੀਂ ਉਹਨੂੰ ਅੱਗੇ ਸ਼ੇਅਰ ਕਰਦੇ ਹੋ। ਪਲੀਜ਼ ਰਿਕੁਐਸਟ 'ਤੇ ਸਮਝ ਲਓ ਜੀ, ਲਾਈਕ ਜ਼ਰੂਰ ਕਰਕੇ ਜਾਇਆ ਕਰੋ। ਇੰਨੀ ਮਿਹਨਤ ਕੀਤੀ ਜਾਂਦੀ ਹੈ ਤੁਹਾਡੇ ਲਈ, ਕੀਤੀ ਜਾਂਦੀ ਹੈ ਕਿ ਦੇਖੋ ਕੋਈ ਵੀ ਟੀਚਰ ਇਕੱਲਾ ਸਕਸੈਸਫੁਲ ਨਹੀਂ ਹੋ ਸਕਦਾ, ਅਤੇ ਨਾ ਹੀ ਕੋਈ ਸਟੂਡੈਂਟ ਇਕੱਲਾ ਸਕਸੈਸਫੁਲ ਹੋ ਸਕਦਾ। ਟੀਚਰ ਦੀ ਸਕਸੈਸ ਵੀ ਸਟੂਡੈਂਟ 'ਤੇ ਹੁੰਦੀ ਹੈ, ਅਤੇ ਇੱਕ ਸਟੂਡੈਂਟ ਦੀ ਜਿਹੜੀ ਸਕਸੈਸ ਹੁੰਦੀ ਹੈ ਉਹ ਵੀ ਟੀਚਰ 'ਤੇ ਹੁੰਦੀ ਹੈ। ਠੀਕ ਹੈ ਜੀ, ਦੋਵੇਂ ਇੱਕ ਦੂਜੇ ਦੇ ਸਪੋਰਟ ਨਾਲ ਜਿਹੜਾ
ਆਪਣੇ ਆਪਣੇ ਪ੍ਰੋਫੈਸ਼ਨ 'ਚ ਜਿਹੜਾ ਬੈਸਟ ਬਣਦੇ ਨੇਗੇ। ਇਸ ਲਈ ਪਲੀਜ਼ ਰਿਕੁਐਸਟ ਹੈ, ਸਮਝ ਲਓ। ਲਾਈਕ ਜ਼ਰੂਰ ਕਰਕੇ ਜਾ ਕਰੋ, ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਵਧੀਆ ਲੱਗੀ ਆ, ਅਤੇ ਅੱਗੇ ਤੁਹਾਨੂੰ ਕਿਹੜੀ ਵੀਡੀਓ ਦੀ ਜ਼ਰੂਰਤ ਆ ਉਸ ਬਾਰੇ ਵੀ ਤੁਸੀਂ ਕਮੈਂਟ ਕਰ ਸਕਦੇ ਹੋ। ਚਲੋ ਜੀ ਚੱਲਦੇ ਹਾਂ ਜੀ। ਉਮੀਦ ਹੈ ਕਿ ਤੁਸੀਂ ਜ਼ਰੂਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋਗੇ। ਗੁੱਡ ਬਾਈ ਜੀ।